ਚਰਨਨ ਪਾਰ ਤਾਰ। ਏਕ ਓੰਕਾਰਾ ਸਤਿਗੁਰ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹਾਏ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹਾਏ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੰਗਾ ਹਿਰਦੈ ਆਨੰਦ ਕਰ। ਨੰਦਨ ਹਰ ਗੋਵਿੰਦ ਬਸਨ ਬਿਭੂਖਨ ਮੋਲ ਬਹੋ। ਪਹਿਰਾਵਤ ਸੁਖ ਕੰਦ। ਗੰਗਾ ਹਿਰਦੈ ਆਨੰਦ ਕਰ। ਨੰਦਨ ਹਰ ਗੋਵਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਨੀ ਮਰਦ ਅਗੰਮੜੇ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕੇ ਸਾਹਿਬਾਂ ਦੇ ਦਰਸ਼ਨ ਪਰਸਨ ਕਰਦਿਆਂ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਜਿਨ੍ਹਾਂ ਤੇ ਸਾਹਿਬਾਂ ਕਿਰਪਾ ਕੀਤੀ ਸਮਾਂ ਬਖਸ਼ਿਆ। ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ। ਜੀਵਨ ਦਾ ਲਾਹਾ ਖੱਟ ਰਹੇ ਹੋ। ਧੰਨਤਾ ਦੇ ਯੋਗ ਹੋ। ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਨਾਨਕ ਜਨਨੀ ਧੰਨੀ ਮਾਏ ਜੰਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ। ਐਸੇ ਮਹਾਨ ਮਹਾਂਵਾਕਾਂ ਅਨੁਸਾਰ ਅੱਜ ਮਹਾਨ ਇਤਿਹਾਸਕ ਦਿਨ ਹੈ। ਕਲਗੀਧਰ ਦਸ਼ਮੇਸ਼ ਪਿਤਾ ਪੰਥ ਵਾਲੀ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੱਖ ਤੇ ਜਿਗਰ ਅਮਰ ਸ਼ਹੀਦ ਮਹਾਨ ਸੂਰਬੀਰ ਯੋਧੇ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਨ ਵਾਲੇ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਉਹਨਾਂ ਦਾ ਅੱਜ ਆਗਮਨ ਦਿਹਾੜਾ ਜਨਮ ਦਿਹਾੜਾ ਹੈ। ਅੱਜ ਦੇ ਦਿਨ ਸਨ 1690 ਇਹ ਪਾਵਨ ਧਰਤੀ ਗੁਰੂ ਨਗਰੀ ਮੋ ਮਹਾਨ ਪਾਵਨੇ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਜੀ ਵਿਖੇ ਸਾਡੇ ਸਤਿਕਾਰਯੋਗ ਮਾਤਾ ਅਜੀਤ ਕੌਰ ਜੀਤੋ ਜੀ ਦੀ ਪਾਵਨ ਕੁੱਖ ਤੋਂ
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਜਨਮ ਧਾਰਿਆ। ਸਾਹਿਬਜ਼ਾਦਾ ਜੀ ਦੇ ਆਗਮਨ ਪੁਰਬ ਜਨਮ ਦਿਹਾੜੇ ਦੀ ਆਪ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਬੇਅੰਤ ਬੇਅੰਤ ਵਧਾਈ ਹੋਵੇ। ਐਸੇ ਮਹਾਨ ਮਹਾਂਪੁਰਖਾਂ ਬਾਰੇ ਹੀ ਬਚਨ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸਿਉ ਲੈਣ ਮਲਾਏ। ਅਜਿਹੀ ਆਤਮਾਵਾਂ ਸੰਸਾਰ ਤੇ ਕਿਤੇ ਯੁੱਗਾਂ ਬਾਅਦ ਪ੍ਰਗਟ ਹੁੰਦੀਆਂ ਨੇ। ਮਕਸਦ ਹੁੰਦਾ ਹੈ ਪਰ ਉਪਕਾਰ ਕਰਨਾ, ਜੀਵਾਂ ਦੀ ਸਹਾਇਤਾ ਕਰਨੀ, ਭੁੱਲੀਆਂ ਭਟਕੀਆਂ ਆਤਮਾ ਨੂੰ ਪਰਮਾਰਥ ਦੇ ਮਾਰਗ ਦੇ ਪਾਂਧੀ ਬਣਾਉਣਾ। ਮਹਾਨ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਵਿੱਚ ਸਾਰੇ ਹੀ ਗੁਣ ਸੰਪੰਨ ਸਨ। ਉਹ ਭਗਤ ਵੀ ਹਨ, ਯੋਧੇ ਸੂਰਮੇ ਵੀ ਹਨ, ਦਾਨੀ ਵੀ ਹਨ। ਆਪਣਾ ਸਰੀਰ ਹੀ ਧਰਮ ਵਾਸਤੇ, ਕੌਮ ਵਾਸਤੇ, ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਾਤੇ ਲਾ ਦੇਣਾ, ਲੇਖੇ ਲਾ ਦੇਣਾ, ਅਰਪਣ ਕਰ ਦੇਣਾ, ਇਸ ਤੋਂ ਵੱਡਾ ਦਾਨ ਕੀ ਹੋ ਸਕਦਾ ਹੈ। ਗਰੀਬ ਨਿਵਾਸ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ 4 ਮਹਾਨ ਸਾਹਿਬਜ਼ਾਦਿਆਂ ਨੇ ਜਨਮ ਧਾਰਿਆ, ਜਿਨ੍ਹਾਂ ਵਿੱਚੋਂ ਸਤਿਕਾਰਯੋਗ ਅਮਰ ਸ਼ਹੀਦ, ਮਹਾਨ ਯੋਧੇ, ਸੂਰਬੀਰ ਧੰਨ 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 ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਪਾਵਨ ਜਨਮ ਦਿਹਾੜਾ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਬਾਕੀ ਦੇ ਤਿੰਨੇ ਸਾਹਿਬਜ਼ਾਦੇ ਸਾਹਿਬਾਨ ਸਤਿਕਾਰਯੋਗ ਮਾਤਾ ਅਜੀਤ ਕੌਰ ਦੀ ਪਾਵਨ ਕੁੱਖ ਤੋਂ ਇਸ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਦੇ ਗ੍ਰਹਿ ਵਿਖੇ ਉਹਨਾਂ ਨੇ ਜਨਮ ਧਾਰਿਆ ਔਰ ਇੱਥੇ ਹੀ ਉਹਨਾਂ ਦਾ ਬਚਪਨ ਬਤੀਤ ਹੋਇਆ। 14 ਸਾਲ ਦੀ ਉਮਰ ਸੀ ਉਸ ਦਿਨ, ਜਿਸ ਦਿਨ ਉਹਨਾਂ ਨੇ ਚਮਕੌਰ ਦੇ ਜੰਗ ਦੇ ਮੈਦਾਨ ਵਿੱਚ ਲੱਖਾਂ ਵੈਰੀਆਂ ਦੇ ਸਾਹਮਣੇ ਹਿੱਕ ਡਾਹ ਕਰਕੇ ਲੱਖਾਂ ਵੈਰੀਆਂ ਦੇ ਸ਼ਸਤਰਾਂ ਅਸਤਰਾਂ ਦੇ ਵਾਰ ਝੱਲਦਿਆਂ ਹੋਇਆਂ ਬਹੁਤ ਭਾਰੀ ਸੂਰਮਗਤੀ ਦੇ ਨਾਲ, ਸੂਰਮਤਾਈ ਦੇ ਨਾਲ ਵੀਰ ਗਤੀ ਪ੍ਰਾਪਤ ਕੀਤੀ ਹੈ। ਮਰਦਾਂ ਵਾਲੀ ਮੌਤ ਹਾਸਲ ਕੀਤੀ ਹੈ, ਜਿਨ੍ਹਾਂ ਨੂੰ ਸ਼ਹੀਦ ਆਖਿਆ ਜਾਂਦਾ ਹੈ। ਸ਼ਹੀਦਾਂ ਵਾਲਾ ਮਹਾਨ ਰੁਤਬਾ ਹਾਸਲ ਐਵੇਂ ਨਹੀਂ ਹੋ ਜਾਂਦਾ, ਆਪਣੀ ਜਿੰਦ ਜਾਨ ਸਭ ਕੁਝ ਕੁਰਬਾਨ ਕਰਨਾ ਪੈਂਦਾ ਹੈ। 14 ਸਾਲ ਦੀ ਉਮਰ ਵਿੱਚ ਲੱਖਾਂ ਵੈਰੀਆਂ ਦਾ ਮੁਕਾਬਲਾ ਕਰਦਿਆਂ ਹੋਇਆਂ ਚਮਕੌਰ ਦੇ ਮੈਦਾਨ ਦੇ ਅੰਦਰ ਵੱਡੀ ਮਹਾਨ ਕੁਰਬਾਨੀ ਕਰਦਿਆਂ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ। ਜਿਸ ਸਮੇਂ ਸ਼ਾਮਾਂ ਦਾ ਸੂਰਜ ਛਿਪ ਰਿਹਾ ਸੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪਾ ਰਹੇ ਸਨ। ਸੂਰਜ ਦੀ ਉੱਧਰੋਂ ਟਿੱਕੀ ਛਿਪ ਗਈ, ਇੱਧਰੋਂ ਚਮਕੌਰ ਦੇ ਮੈਦਾਨ ਦੇ ਅੰਦਰ ਬਾਬਾ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਕਰਕੇ ਸਰੀਰ ਜਦੋਂ ਡਿੱਗਾ, ਕਲਗੀਧਰ ਪਾਤਸ਼ਾਹ ਨੇ ਜੈਕਾਰਾ ਛੱਡਿਆ। ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸੀਸ ਝੁਕਾਇਆ, ਤੁਹਾਡੀ ਅਮਾਨਤ ਤੁਹਾਡੇ ਪਾਸ ਅਦਾ ਹੋ ਗਈ ਹੈ। ਕਿੰਨੇ ਸਬਰ ਤੇ ਸ਼ੁਕਰ ਦਾ ਮਾਲਕ ਹੈ ਬਾਜਾਂ ਵਾਲਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜੋ ਆਪਣੇ ਪੁੱਤਰ ਧਰਮ ਦੇ, ਕੌਮ ਦੇ, ਦੇਸ਼ ਦੇ ਲੇਖੇ ਲਾ ਕਰਕੇ ਤਾਂ ਵੀ ਸ਼ੁਕਰ ਗੁਜ਼ਾਰਦਾ ਹੈ ਕਿ ਅਕਾਲ ਪੁਰਖ ਤੇਰਾ ਸ਼ੁਕਰ ਹੈ, ਤੇਰਾ ਧੰਨਵਾਦ ਹੈ, ਤੁਸੀਂ ਪੁੱਤਰ ਬਖਸ਼ੇ ਸਨ, ਤੁਹਾਡੇ ਸਿਧਾਂਤਾਂ ਤੋਂ, ਤੁਹਾਡੇ ਆਸ਼ੇ ਤੋਂ ਕੁਰਬਾਨ ਹੋ ਗਏ ਹਨ, ਮੇਰੀ ਇਹ ਭੇਟਾ ਪ੍ਰਵਾਨ ਕਰਿਓ। ਐਸੀ ਮਹਾਨ ਸ਼ਹੀਦ ਆਤਮਾ, ਪਵਿੱਤਰ ਆਤਮਾ ਧੰਨ 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 ਬਾਬਾ ਜੁਝਾਰ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਨਮ ਲੈ ਕਰਕੇ ਭਾਗ ਲਾਇਆ। ਨਾਨਕ ਜਨਨੀ ਧੰਨੀ ਮਾਏ, ਬਾਣੀ ਨੇ ਉਸ ਮਾਂ ਨੂੰ ਧੰਤਾ ਦੇ ਯੋਗ ਆਖਿਆ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਪਿਤਾ ਵੀ ਉੱਤਮ ਸ੍ਰੇਸ਼ਟ ਮਹਾਨ ਹੈ, ਮਾਂ ਵੀ ਧੰਤਾ ਦੇ ਯੋਗ ਹੈ। ਜਿਸ ਮਾਂ ਦੀ ਕੁੱਖ ਤੋਂ ਅਜਿਹੀਆਂ ਰੂਹਾਂ ਸੰਸਾਰ 'ਤੇ ਪ੍ਰਗਟ ਹੁੰਦੀਆਂ ਨੇ, ਜੋ ਲੱਖਾਂ ਜੀਵਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ, ਲੱਖਾਂ ਜੀਵਾਂ ਨੂੰ ਸੁੱਖ ਦੇ ਕਰਕੇ ਆਪ ਦੁੱਖ ਝੱਲ ਕਰਕੇ ਮੁਸੀਬਤਾਂ ਵਿੱਚ ਪੈ ਕਰਕੇ
ਜੀਵਾਂ ਦੇ ਉੱਪਰ ਪਰਉਪਕਾਰ ਕਰਦੀਆਂ ਹੋਈਆਂ ਸੰਸਾਰ ਤੋਂ ਹੱਸਦੀਆਂ ਜਾਂਦੀਆਂ, ਕੁਰਬਾਨ ਹੋ ਕਰਕੇ ਜਾਂਦੀਆਂ ਹਨ। ਜੀਵਾਂ ਦੇ ਦੁੱਖ ਆਪਣੀ ਝੋਲੀ 'ਚ ਪਾ ਕਰਕੇ ਉਹਨਾਂ ਨੂੰ ਸੁੱਖ ਦਿੰਦੇ ਹਨ, ਆਪਣਾ ਸਾਰਾ ਕੁਛ ਹੀ ਨਿਸ਼ਾਵਰ ਕਰ ਦਿੰਦੇ ਹਨ। ਐਸੇ ਮਹਾਨ ਸ਼ਹੀਦ ਯੋਧੇ, ਬਹਾਦਰ ਸੂਰਬੀਰ, ਪਿਤਾ ਸਤਿਗੁਰੂ ਜੀ ਦੀ ਤਰ੍ਹਾਂ ਹੀ ਅਣਖ ਤੇ ਗੈਰਤ ਰੱਖਣ ਵਾਲੇ ਧੰਨ 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 ਬਾਬਾ ਜੁਝਾਰ ਸਿੰਘ ਜੀ, ਜਿਨ੍ਹਾਂ ਦਾ ਅੱਜ ਆਗਮਨ ਪੁਰਬ ਜਨਮ ਦਿਹਾੜਾ ਹੈ। ਆਪ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ, ਦਾਸਰਿਆਂ ਵੱਲੋਂ ਦੁਬਾਰਾ ਫੇਰ ਬੇਅੰਤ ਵਧਾਈਆਂ ਹੋਣ। ਜੋ ਲੜੀਵਾਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ, ਉਹ ਇਤਿਹਾਸ ਜੋ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਮੰਗਣਾ ਕਰਨ ਵਾਸਤੇ, ਸਗਾਈ ਕਰਨ ਵਾਸਤੇ ਸਾਰੀ ਤਿਆਰੀ ਕੀਤੀ ਗਈ ਹੈ। ਚੰਦੂ ਦੇ ਇਕੱਲੇ ਹੋਏ ਲਾਗੀ ਲੋਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚੇ ਹਨ। ਐਨ ਸਾਰੇ ਸਮੇਂ ਦੀ ਤਿਆਰੀ ਹੋ ਚੁੱਕੀ ਹੈ। ਜਿਵੇਂ ਅਗਲਾ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਿਰਜ ਭਾਸ਼ਾ ਵਿੱਚ ਉਚਾਰਨ ਕੀਤਾ ਇਤਿਹਾਸ ਸਾਨੂੰ ਸਰਵਣ ਕਰਵਾ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੰਗਾ ਹਿਰਦੈ ਆਨੰਦ ਕਰ, ਨੰਦਨ ਹਰ ਗੋਬਿੰਦ। ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਹਿਰਦੇ ਦੇ ਵਿੱਚ ਬੜਾ ਆਨੰਦ ਕਰਕੇ, ਇਸ ਆਨੰਦ ਦਾ, ਖੁਸ਼ੀ ਦਾ, ਪ੍ਰਸੰਨਤਾ ਦਾ ਕੋਈ ਪਾਰਾਵਾਰ ਨਹੀਂ, ਕੋਈ ਥਾਂ ਨਹੀਂ ਹੈ ਕਿ ਕੋਈ ਮਿਲ ਸਕੇ। ਕਿਉਂ ਇਹਨਾਂ ਆਨੰਦ ਕਰ ਰਹੇ ਨੇ? ਨੰਦਨ ਹਰ ਗੋਬਿੰਦ, ਕਿ ਆਪਣੇ ਸਪੁੱਤਰ, ਨੰਦਨ ਕਹਿੰਦੇ ਨੇ ਪੁੱਤਰ ਨੂੰ, ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੰਗਣਾ ਹੋ ਰਿਹਾ ਹੈ। ਮਾਂ ਸਦਕੇ ਬਲਿਹਾਰ ਜਾ ਰਹੀ ਹੈ। 17 ਸਾਲਾਂ ਬਾਅਦ ਮਾਂ ਗੰਗਾ ਦੀ ਕੁੱਖ ਹਰੀ ਹੋਈ। ਅਕਾਲ ਪੁਰਖ ਨੇ ਉਹ ਪੁੱਤਰ ਬਖਸ਼ਿਸ਼ ਕੀਤਾ, ਜਿਸ ਬਾਰੇ ਗੁਰਮਤਿ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਦਲਾਂ ਨੂੰ ਭਾਜਣਾ ਪਾ ਦੇਣ ਵਾਲਾ, ਵੱਡੇ ਵੱਡੇ ਖੱਬੀ ਖਾਨਾਂ ਦੇ ਸਿਰ ਵੱਢ ਕੇ ਧਰਤੀ 'ਤੇ ਸੁੱਟਣ ਵਾਲਾ ਮਰਦ ਸੂਰਮਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦੀ ਸਗਾਈ ਦੇ ਸਮੇਂ, ਮੰਗਣੇ ਦੇ ਸਮੇਂ ਮਾਤਾ ਜੀ ਹਿਰਦੇ 'ਚ ਬੜਾ ਆਨੰਦ, ਖੁਸ਼ੀ, ਪ੍ਰਸੰਨਤਾ ਕਰਕੇ ਬਸਨ ਬਿਭੂਖਨ ਮੋਲ ਬਹੁ, ਪਹਿਰਾਵਤ ਸੁਖ ਕੰਦ। ਬਸਨ ਹੁੰਦੇ ਨੇ ਬਸਤਰ, ਕੱਪੜੇ, ਲੀੜੇ। ਵਿਭੂਖਣ ਹੁੰਦੇ ਨੇ ਗਹਿਣੇ, ਮੋਲ ਬਹੁ ਜਿਨ੍ਹਾਂ ਦਾ ਬਹੁਤਾ ਮੁੱਲ ਹੈ। ਪਹਿਰਾਵਤ ਸੁਖ ਕੰਦ, ਕਿਹਨੂੰ ਪਹਿਰਾਵਤ ਪਾ ਰਹੇ ਨੇ? ਸੁੱਖਾਂ ਦੇ ਕੰਦ, ਸੁੱਖਾਂ ਦੇ ਬੱਦਲ, ਸੁੱਖਾਂ ਦੇ ਮੂਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬੜੇ ਸੋਹਣੇ ਬਸਤਰ ਤੇ ਗਹਿਣੇ ਸਰੀਰ ਤੇ ਧਾਰਨ ਕਰਵਾ ਰਹੇ ਹਨ, ਪਹਿਨਾ ਰਹੇ ਹਨ। ਸਵਈਆ ਛੰਦ ਸੂਖਮ ਬਸਤਰ ਗਰੇ ਮੈਂ ਜਾਮਾ, ਜਿਸਕੇ ਬੀਚ ਦਿਪਤ ਤਨ ਚਾਰ। ਬੜਾ ਸੂਖਮ ਜਿਹਾ ਬਸਤਰ ਹੈ, ਉਹ ਕੱਪੜਾ ਬੜੇ ਬਰੀਕ ਤੰਦ ਦਾ ਬਣਿਆ ਹੋਇਆ ਹੈ। ਜਾਮਾ ਕਹਿੰਦੇ ਨੇ ਚੋਲੇ ਨੂੰ, ਕੁੜਤੇ ਨੂੰ। ਗਲ ਵਿੱਚ ਜੋ ਜਾਮਾ ਸਾਹਿਬਾਂ ਪਾਇਆ ਬੜੇ ਬਰੀਕ ਜੇ ਤੰਦ ਦਾ ਬਣਿਆ ਹੋਇਆ ਹੈ, ਜਿਸ ਦੇ ਵਿੱਚ, ਜਿਸ ਦੇ ਵਿੱਚੋਂ ਦੀ ਦਿਪਤ ਤਨ ਚਾਰ। ਚਾਰ ਹੁੰਦਾ ਸੁੰਦਰ ਸੋਹਣਾ ਸਰੀਰ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਡਲਕਾ ਮਾਰਦਾ, ਚਮਕਾ ਮਾਰਦਾ। ਦਿਪਤ ਹੁੰਦਾ ਪ੍ਰਕਾਸ਼ ਮਾਨ ਹੋ ਰਿਹਾ ਹੈ। ਜਿਸ ਸੁੰਦਰ ਸਰੀਰ ਦੇ ਵਿੱਚੋਂ ਸੋਹਣੀਆਂ ਕਿਰਨਾਂ ਸਮਝ ਉਤਪੰਨ ਹੋ ਰਹੀਆਂ ਨੇ, ਸਰੀਰ ਐਨ ਚਮਕਾਰੇ ਮਾਰਦਾ ਹੈ। ਚੀਰਾ ਰਕਤ ਸੁਹਾਵਤ ਸਿਰ ਪਰ, ਜ਼ਰੀਦਾਰ ਹੈ ਸ਼ੋਭ ਅਪਾਰ। ਚੀਰਾ ਤੇ ਕਹੀਏ ਪੱਗ, ਫਾਰਸੀ ਵਿੱਚ ਕਹਿੰਦੇ ਨੇ ਸਰਬੰਦ।
ਗੁਲੂਬੰਦ ਜਿਹਨੂੰ ਕਹਿ ਦਿੰਦੇ ਨੇ, ਛੋਟਾ ਬਸਤਰ ਕਹਿ ਦਿੰਦੇ ਨੇ, ਜਿਹੜਾ ਸਿਰ ਤੇ ਬੰਨਿਆ ਜਾਂਦਾ, ਜਾਂ ਪਰਨਾ ਕਹਿ ਦਈਏ। ਸਤਿਗੁਰੂ ਪਾਤਸ਼ਾਹ ਨੇ ਸੋਹਣੀ ਰਗਤ ਹੁੰਦਾ, ਲਾਲ ਰੰਗ, ਸੁਹਾਵਤ ਸਿਰ ਪਰ, ਸੀਸ ਦੇ ਉੱਪਰ ਸੋਹਣਾ ਚੀਰਾ ਸ਼ੋਭਦਾ ਹੈ, ਜਿਹੜਾ ਜ਼ਰੀਦਾਰ ਸੋਨੇ ਦੀਆਂ ਤਾਰਾਂ ਦੇ ਨਾਲ ਜਿਸ 'ਚ ਕਢਾਈ ਹੋਈ, ਜਿਹਦੀ ਸ਼ੋਭਾ ਅਪਰ ਅਪਾਰ ਹੈ। ਪਰਿਓ ਸਿਕੰਦਨ ਪਰ ਦੋ ਕੂਲ ਸ਼ੁਭ, ਦਮਕਤ ਗੋਟਾ ਜੁਤ ਵਿਸਥਾਰ। ਸਿਕੰਦਰ ਹੁੰਦੇ ਮੋਢੇ, ਮੋਢਿਆਂ ਦੇ ਉੱਪਰ ਜਿਵੇਂ ਝੂਰੀਆ ਸੀ ਗਲ ਵਿੱਚ ਪਾਉਂਦੇ, ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਕੂਲ ਕਹੀਏ, ਦੁਪੱਟਾ ਹਜੂਰੀਆ ਕਹਿ ਲਈਏ, ਗਲ ਵਿੱਚ ਪਾਇਆ, ਜਿਹੜਾ ਬਹੁਤ ਆ ਸ਼ੋਭਾ ਪਾਉਂਦਾ ਹੈ। ਦਮਕਤ ਗੋਟਾ ਜੁਤ ਵਿਸਤਾਰ, ਗੋਟੇ ਦੇ ਜੁੱਤ ਸਮੇਤ ਬਹੁਤ ਭਾਰੀ ਦਮਕਾ ਮਾਰਦਾ ਹੈ, ਚਮਕ ਰਿਹਾ ਹੈ। ਹੀਰੇ ਚੀਰੇ ਕੋਰਦਾਰ ਬਰ, ਜਰੇ ਜਵਾਹਰ ਜਿਗਾ ਮਝਾਰ। ਹੀਰੇ ਚੀਰੇ ਜਿਨ੍ਹਾਂ ਦੀਆਂ ਨੁਕਰਾਂ ਕੱਢੀਆਂ ਹੋਈਆਂ ਨੇ, ਕੋਰਦਾਰ ਬਰ, ਜਰੇ ਬਰ, ਸ੍ਰੇਸ਼ਟ ਜੜੇ ਹੋਏ ਗਹਿਣਿਆਂ ਦੇ ਵਿੱਚ, ਜਵਾਹਰ ਜਿਗਾ, ਜਵਾਹਰਾਤ ਜੜੇ ਹੋਏ ਨੇ। ਇਹੋ ਜਿਹੀ ਜਿਹੜੀ ਜਿਗਾ ਹੈ ਉਹਦੇ ਮਝਾਰ ਵਿੱਚ ਬਹੁਤ ਭਾਰੀ ਸ਼ੋਭਾ ਪਾ ਰਹੇ ਹਨ। ਤਿਮ ਮੋਤਨ ਕੀ ਮਾਲ ਕਰੇ ਮੈਂ, ਉਜਲ ਡਮਕਤ ਹੈ ਜੁਤ ਜਾਲ। ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਾ ਕਮਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕੀਤੀ ਹੈ। ਇਹ ਮਹਿਮਾ ਭਾਈ ਸਾਹਿਬ ਨੇ ਸ਼ਿੰਗਾਰ ਰਸ ਵਿੱਚ ਉਚਾਰਨ ਕੀਤੀ। ਕਵਿਤਾ ਦੇ ਵਿੱਚ 9 ਰਸ ਹੁੰਦੇ ਨੇ, ਜਿਵੇਂ ਸ਼ਾਂਤ ਰਸ ਹੈ, ਕਰਨਾ ਰਸ ਹੈ, ਵੀਰ ਰਸ ਹੈ, ਬਿਬਤ ਰਸ ਹੈ। ਇਹ ਕਵਿਤਾ ਦੇ ਰਸ ਹੁੰਦੇ, ਹਾਸ ਰਸ ਹੈ। ਇਸੇ ਤਰ੍ਹਾਂ 9 ਰਸਾਂ ਵਿੱਚੋਂ ਇੱਕ ਰਸ ਹੁੰਦਾ ਸ਼ਿੰਗਾਰ ਰਸ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਮਹਿਮਾ ਕਰਦਿਆਂ ਭਾਈ ਸਾਹਿਬ ਨੇ ਕਵਿਤਾ ਨੂੰ ਬੜਾ ਬਾਕਮਾਲ ਸ਼ਿੰਗਾਰਿਆ ਹੈ। ਮਾਲਕ ਸਤਿਗੁਰੂ ਦੀ ਮਹਿਮਾ ਕਰਦਿਆਂ ਮੋਤੀਆਂ ਦੀ, ਸੁੱਚੇ ਮੋਤੀਆਂ ਦੀ ਗਲੇ ਵਿੱਚ ਪਾਈ ਹੋਈ ਮਾਲਾ, ਜਿਹੜੇ ਉਜਲ ਦਮਕਤ, ਬੜੇ ਉਜਲੇ ਮੋਤੀ ਦਮਕਤ ਹੈ, ਚਮਕਦੇ ਨੇ। ਦੁੱਤ ਜਾਲ, ਜਾਲ ਹੁੰਦੇ ਬਹੁਤੇ, ਦੁੱਤ ਹੁੰਦੀ ਸ਼ੋਭਾ, ਜਿਨ੍ਹਾਂ ਦੀ ਬਹੁਤੀ ਸ਼ੋਭਾ ਹੋ ਰਹੀ ਹੈ। ਕੰਚਨ ਕੇ ਅੰਗਦ ਅਰ ਕੰਕਨ, ਜ਼ੇਰ ਜ਼ਬਰ ਤੇ ਜਟਤ ਉਜਾਲ। ਕੰਚਨ ਕੇ ਅੰਗਦ ਹੁੰਦੇ ਨੇ ਬਹੁਟੇ, ਜਿਹੜੇ ਡੋਲਿਆਂ ਤੇ ਬੰਨੇ ਜਾਂਦੇ, ਇੱਕ ਗਹਿਣਾ ਹੁੰਦਾ ਹੈ। ਕੰਕਣ ਕੜੇ ਜ਼ੇਬ ਜ਼ਬਰ ਤੇ ਜਟਤ ਉਜਾਲ, ਜਿਨ੍ਹਾਂ ਵਿੱਚ ਇਹ ਹੀਰੇ ਜਵਾਹਰਾਤ ਮੋਤੀ ਨਗ ਜਿਹੜੇ ਨੇ ਜਟਤ ਜੜੇ ਹੋਏ ਨੇ, ਉਜਾਲ ਉਜਾਲਾ ਪੈ ਕਰਦੇ ਹਨ, ਰੌਸ਼ਨੀ ਪ੍ਰਗਟ ਕਰਦੇ ਹਨ। ਸ਼ਾਪ ਸ਼ਲਾਇਨ ਤੇ ਸ਼ਬ ਸ਼ਾਕਤ, ਸਰਬ ਸਰਾਹਤ ਹੇਰਤ ਬਾਲ। ਇਸੇ ਤਰ੍ਹਾਂ ਹੀ ਛਾਪਾਂ ਛੱਲੇ, ਸ਼ਬ ਸ਼ਾਕਤ, ਜਿਨ੍ਹਾਂ ਦੀ ਛਵੀ ਜਿਹੜੀ ਨਾ ਸ਼ਾਕਤ ਕਹੀਏ ਫੱਬ ਰਹੀ ਹੈ, ਬੜੀ ਭਾਰੀ ਛਵੀ ਉੱਠ ਰਹੀ ਹੈ, ਸ਼ੋਭਾ ਹੋ ਰਹੀ ਹੈ। ਵੇਖਣ ਵਾਲੇ ਸਾਰੇ ਇਸਤਰੀਆਂ ਮਰਦ ਬੜੇ ਭਾਰੀ ਸਲਾਹੁਤਾ ਕਰਦੇ ਹਨ। ਨਿਜ ਕਰਤੇ ਲੈ ਜਨਨੀ ਅੰਜਨ, ਆਂਜੇ ਕਮਲ ਪੱਤਰ ਸਮ ਨੈਣ। ਆਪਣੇ ਹੱਥਾਂ ਦੇ ਨਾਲ ਮਾਂ ਗੰਗਾ ਜੀ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜਿਹੜੇ ਨੇਤਰ ਹਾਈ ਕਮਲਾਂ ਵਰਗੇ ਨੇ, ਜਿਨ੍ਹਾਂ ਦੀ ਸ਼ੋਭਾ ਪਹਿਲਾਂ ਹੀ ਬਹੁਤ ਹੈ, ਉਹਨਾਂ ਸੋਹਣੇ ਨੇਤਰਾਂ 'ਚ ਆਂਜੇ ਹੁੰਦਾ, ਅੰਜਨ ਸੁਰਮਾ ਪਾਇਆ, ਬਹੁਤ ਭਾਰੀ ਕਮਲ ਸਰੀਖੇ ਨੇਤਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਜਦੇ ਹਨ। ਬਿਖਤ ਆਨੰਦ ਬਿਲੰਦ ਹਿਰਦੈ ਲਹੈ, ਇਮ ਜੋ ਜਾਏ ਤ੍ਰੈ ਜੁਤ ਵਿੱਚ ਐਨ। ਵੇਖਣ ਵਾਲੇ ਆਨੰਦ ਬਿਲੰਦ ਹਿਰਦੇ ਲੈ, ਬੜਾ ਭਾਰੀ ਆਨੰਦ ਹਿਰਦੇ 'ਚ ਪ੍ਰਾਪਤ ਕਰ ਰਹੇ ਨੇ। ਇਸ ਤਰ੍ਹਾਂ ਮਾਂ ਗੰਗਾ ਜੀ ਇਸਤਰੀਆਂ ਦੇ ਸਮੇਤ ਵਿੱਚ ਐਨ ਵਿਹੜੇ ਦੇ ਵਿੱਚ ਆਪਣੇ ਘਰ ਦੇ ਆਏ ਹਨ। ਕਰੇ ਸੰਗ ਦਾਸਨ ਲੈ ਗਮਨੇ ਜਹਾਂ, ਸਭਾ ਸਤਿਗੁਰ ਸੁਖ ਦੇਨ। ਉਸ ਪਾਸੇ ਨੂੰ ਚੱਲ ਪਏ ਮਾਂ ਗੰਗਾ ਜੀ ਆਪਣੇ ਸੁਪੁੱਤਰ ਤੇ ਹੋਰ ਬੀਬੀਆਂ ਸਮੇਤ, ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਸੁੱਖਾਂ ਦੇ ਦੇਣ, ਸੁੱਖਾਂ ਨੂੰ ਦੇਣ ਵਾਲੇ ਦਾਤਾ ਸਤਿਗੁਰੂ, ਜਿੱਥੇ ਸਭਾ ਸਜਾ ਕੇ, ਦੀਵਾਨ ਸਜਾ ਕਰਕੇ ਸਜ ਰਹੇ ਹਨ। ਸ਼੍ਰੀ ਅਰਜਨ ਬਿਨ ਉੱਠੇ ਸਰਬ ਹੀ,
ਹੇਰ ਪ੍ਰਤਾਪ ਨਾ ਬੈਠਿਓ ਜਾਏ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਬਿਨਾਂ ਜਿੰਨੀ ਸੰਗਤ ਸਭਾ ਵਿੱਚ ਬੈਠੀ ਸੀ ਸਾਰੀ ਉੱਠ ਪਈ। ਕਿਉਂ ਉੱਠ ਪਈ? ਭਾਈ ਸਾਹਿਬ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਤਾਪ ਤੇਜ ਹੀ ਇੰਨਾ ਕਿ ਉਹਨਾਂ ਦੇ ਦਰਸ਼ਨ ਕਰਕੇ ਬੈਠਿਆ ਜਾ ਹੀ ਨਹੀਂ ਸਕਦਾ, ਅਦਬ ਵਿੱਚ ਉੱਠਣਾ ਹੀ ਪੈ ਸਕਦਾ ਹੈ। ਰਾਜਾ ਭੀਮ ਚੰਦ ਘਰੋਂ ਸੋਚ ਕੇ ਆਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਨਹੀਂ ਟੇਕਣਾ, ਉਹ ਤਾਂ ਅਜੇ ਬਾਲਕ ਜੀ ਅਵਸਥਾ ਦਾ ਹੈ। ਮੈਂ ਰਾਜਾ ਸਾਰੇ 22 ਧਾਰ ਦੇ ਰਾਜਾ ਸ਼੍ਰੋਮਣੀ ਰਾਜਾ ਹਾਂ। ਪਰ ਅਖੀਰ ਤੱਕ ਚੜ੍ਹਤ ਗੁਰੂ ਰਾਮਦੀਨ ਨੂੰ ਭੀਮ ਚੰਦ ਰਾਣਾ ਨੀਂਦ ਦਾ ਕਾਣਾ ਸੋਚਾਂ 'ਚ ਵਹਿ ਗਿਆ। ਮਾਨ ਸਭ ਢਹਿ ਗਿਆ, ਭੁੱਲ ਗਈ ਸ਼ਾਨ, ਗੁਰਾਂ ਨੂੰ ਝੁਕ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਾ ਚਾਹੁੰਦਿਆਂ ਮੈਂ ਰਾਜਾ ਹੰਕਾਰੀ ਚੰਦ ਰਾਜਾ ਹਰੀ ਜਿਹੜਾ ਭੀਮ ਚੰਦ ਬੜਾ ਹੰਕਾਰੀ ਸੀ, ਉਹਦਾ ਸਿਰ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਕਦਮਾਂ ਤੇ ਚਰਨਾਂ ਤੇ ਝੁਕ ਗਿਆ। ਕਿਉਂ? ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਤਪ ਤੇਜ ਇੰਨਾ ਭਾਰੀ ਹੈ। ਭਾਈ ਸਾਹਿਬ ਇੱਥੇ ਦੱਸ ਰਹੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇੰਨਾ ਭਾਰੀ ਪ੍ਰਤਾਪ ਹੈ, ਉਹਨਾਂ ਦਾ ਪ੍ਰਤਾਪ ਹੇਰ ਵੇਖ ਕਰਕੇ ਨਾ ਬੈਠਿਓ ਜਾਏ। ਬੈਠਾ ਜਾਇਆ ਹੀ ਨਹੀਂ ਜਾ ਸਕਦਾ, ਕੋਈ ਬੈਠਾ ਰਹਿ ਹੀ ਨਹੀਂ ਸਕਦਾ। ਆਪ ਮੁਹਾਰੇ ਉੱਠ ਕਰਕੇ ਜ਼ਰੂਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਮਸਕਾਰ ਕਰਦਾ ਹੈ। ਹਾਥ ਜੋੜ ਕਰ ਬੰਧਨ ਠਾਨੇ, ਚੌਹਾਂ ਦਿਸ਼ ਤੇ ਦੇਖਤ ਹਰ ਖਾਏ। ਜਿੰਨੀ ਸੰਗਤ ਉੱਠ ਕੇ ਖਲੋਤੀ ਸੀ ਚੌਹਾਂ ਦਿਸ਼ਾਵਾਂ ਤੋਂ ਦਰਸ਼ਨ ਕਰਦਿਆਂ ਹੋਇਆਂ ਬਾਲਕ ਸਰੂਪ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸੰਗਤਾਂ ਨੇ ਹੱਥ ਜੋੜ ਕੇ ਬੰਦਨਾ ਕੀਤੀਆਂ, ਨਮਸਕਾਰਾਂ ਕੀਤਿਆਂ ਕਰਦਿਆਂ ਹੋਇਆਂ ਦੇਖਤ ਹਰ ਖਾਏ, ਦੀਦਾਰ ਕਰਕੇ ਬੜੇ ਹਰ ਖਾਏ, ਖੁਸ਼ ਪ੍ਰਸੰਨ ਹੋ ਗਏ। ਪਿਤ ਕੋ ਨਮਕੀਨ ਭੇ ਠਾਂਡੇ, ਦਿਜਬਰ ਨੇ ਕਹਿ ਲਏ ਬਿਠਾਏ। ਪਿਤਾ ਸਤਿਗੁਰੂ ਜੀ ਨੂੰ ਬਾਦ ਸਤਿਕਾਰ ਸਾਹਿਬਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਕੋਲ ਸਿਆਣਾ ਪੰਡਤ ਸੀ, ਉਹਨੇ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਬਿਠਾਇਆ। ਚੌਂਕੀ ਪਰ ਸ਼ੋਭਤ ਇਮ ਲਖੀਅਤ, ਸੁਰ ਸਮੁਦਾਏ ਸਹਿਤ ਸੁਰ ਰਾਏ। ਸੋਹਣੀ ਚੰਦਨ ਦੀ ਚੌਂਕੀ ਦੇ ਉੱਪਰ ਸਜੇ ਹੋਏ ਸੋਹਣਿਆਂ ਦੇ ਸਰਤਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਵੇਂ ਸ਼ੋਭਾ ਪਾ ਰਹੇ ਨੇ। ਭਾਈ ਸਾਹਿਬ ਜੀ ਦੇ ਸੁਰਤ ਨੇ ਉਡਾਰੀ ਮਾਰੀ ਤੇ ਦੇਵਤਿਆਂ ਦੀ ਸਭਾ ਵਿੱਚ ਜਾ ਪਹੁੰਚੀ ਸੁਰਗ ਧਾਮ ਵਿੱਚ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਸੱਜ ਰਹੇ ਨੇ ਸੰਗਤਾਂ ਵਿੱਚ। ਲਖੀਅਤ ਸੁਰ ਸਮੁਦਾਏ ਸਹਿਤ ਸੁਰ ਰਾਏ, ਸਾਰਿਆਂ ਦੇਵਤਿਆਂ ਦੇ ਸਮੇਤ ਜਿਵੇਂ ਰਾਜਾ ਇੰਦਰ ਸ਼ੋਭਾ ਪਾਉਂਦਾ ਨਾ, ਇਸ ਤਰ੍ਹਾਂ ਸਾਹਿਬ ਸ਼ੋਭਾ ਪਾ ਰਹੇ ਨੇ। ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਪੱਖ ਲਿਆ ਜਾਂਦਾ, ਸਾਰੇ ਪੱਖ ਨਹੀਂ ਲੈ ਜਾਂਦੇ ਹੁੰਦੇ, ਕਿਉਂਕਿ ਇੰਦਰ ਕੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਬਰਾਬਰੀ ਕਰ ਸਕਦਾ ਹੈ। ਇੰਦਰ ਤਾਂ ਜੋੜੇ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ। ਇੰਦਰ ਦੀ ਸ਼ੋਭਾ ਗੁਰੂ ਕੀ ਸਾਧ ਸੰਗਤ ਦੀ ਬਰਾਬਰੀ ਨਹੀਂ ਕਰ ਸਕਦੀ ਇੰਦਰ ਦੀ ਸਭਾ। ਪਰ ਸਾਨੂੰ ਸਮਝਾਉਣ ਵਾਸਤੇ ਭਾਈ ਸਾਹਿਬ ਨੇ ਦ੍ਰਿਸ਼ਟਾਂਤ ਵਰਤਿਆ ਸੁਰਗ ਧਾਮ ਦਾ। ਸਾਰੇ ਸੱਜ ਬੈਠੇ ਦੇਵਤਿਆਂ ਦਾ, ਦੇਵਤਿਆਂ ਦੇ ਜਿਹੜਾ ਸੁਰ ਰਾਏ ਸ਼੍ਰੋਮਣੀ ਰਾਜਾ ਇੰਦਰ ਹੈ, ਸੁਰਗ ਧਾਮ ਦਾ ਰਾਜਾ। ਕਹਿੰਦੇ ਜਿਵੇਂ ਉਹ ਸੱਜਦਾ ਨਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਸੋਹਣੀ ਚੰਦਨ ਦੀ ਚੌਂਕੀ ਤੇ ਸੱਜਦੇ ਫੱਬਦੇ ਹੋਏ ਦਿਲਾਂ ਨੂੰ ਧੂ ਪਾ ਰਹੇ, ਖਿੱਚ ਪਾ ਰਹੇ ਨੇ। ਉੱਥੋਂ ਦਾ ਰੂਹਾਨੀਅਤ ਭਰਿਆ ਹੋਇਆ ਸਾਰਾ ਚਾਰ ਛਪੇਰਾ ਬਹੁਤ ਕਿਰਪਾ ਵਰਤ ਰਹੀ ਹੈ। ਦੋ ਗੁਰੂ ਸਰੂਪਾਂ ਦੇ ਦਰਸ਼ਨ ਸਿੱਖ ਸੰਗਤਾਂ ਕਰ ਰਹੀਆਂ ਨੇ ਤੇ ਇਹੋ ਜਿਹਾ ਖੁਸ਼ੀਆਂ ਭਰਾ ਸੁਭਾਗਾ ਸਮਾਂ ਵਡਭਾਗਿਆਂ ਨੂੰ ਵੇਖਣਾ ਨਸੀਬ ਹੋ ਰਿਹਾ ਹੈ। ਰੂਪ ਬਿਲੋਕਤ ਦੇਖ ਆਸ਼ਿਖਾ, ਜੁਗ ਜੁਗ ਜੀਵੋ ਗੁਰੂ ਕੇ ਨੰਦ। ਜਿਹੜੇ ਸੰਗਤ 'ਚ ਬੈਠੇ ਪ੍ਰੇਮੀ ਸੋਹਣਾ ਸਰੂਪ ਵੇਖ ਕਰਕੇ ਕੀ ਕਰਦੇ? ਦੇਤ ਆਸ਼ਿਕਾ, ਆਸ਼ਿਕਾ ਹੁੰਦੀ ਅਸੀਸ ਦੇਣੀ। ਅਸੀਸਾਂ ਦਿੰਦੇ ਕੀ ਕਹਿੰਦੇ? ਜੁਗ ਜੁਗ ਜੀਵੋ ਗੁਰੂ ਕਿਉ ਨੰਦ। ਹੇ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ, ਤੁਸੀਂ ਜੁਗਾਂ ਜੁਗਾਂ ਤੱਕ ਜਿਉਂਦੇ ਰਹੋ, ਤੁਹਾਡੀਆਂ ਲੰਮੀਆਂ ਉਮਰਾਂ ਹੋਣ, ਦੀਰਘਾਰ ਜੋ ਤੁਸੀਂ ਮਨ ਨਾ ਕਰੋ। ਇਸ ਤਰ੍ਹਾਂ ਅਸੀਸਾਂ ਦਿੰਦੇ ਹਨ।
ਏ ਉਤਸਵ ਹਮ ਹੇਰਤ ਕਰ ਹੈ ਬਹੁਰ ਵਿਆਹ ਕੋ ਹੋਏ ਬਿਲੰਦ। ਤੇ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਆ ਤੁਹਾਡੇ ਮੰਗਣੇ ਦਾ ਅਸੀਂ ਉਤਸਵ ਉਤਸ਼ਾਹ ਜਿਹੜਾ ਹੈ ਸੋਹਣਾ ਖੁਸ਼ੀ ਦਾ ਸਮਾਗਮ ਅਸੀਂ ਵੇਖ ਰਹੇ ਹਾਂ। ਹੇਰਨ ਕਰ ਹੈ ਅਸੀਂ ਵੇਖਣਾ ਕਰ ਰਹੇ ਹਾਂ, ਵੇਖਦੇ ਪਏ ਹਾਂ। ਫਿਰ ਮਹਾਰਾਜ ਤੁਹਾਡਾ ਵਿਆਹ ਹੋਵੇਗਾ। ਬੌਰ ਵਿਆਹ ਕੋ ਹੋਏ ਬਿਲੰਦ। ਹੁਣ ਤਾਂ ਮੰਗਣੇ ਦਾ ਉਤਸਵ ਹੈ, ਫਿਰ ਵਿਆਹ ਦਾ ਆਨੰਦ ਕਾਰਜ ਦਾ ਬੜਾ ਭਾਰੀ ਉਤਸਵ ਹੋਵੇਗਾ। ਸ਼ਾਹ ਦੀਵਾਨ ਧਨੀ ਹੋਏ ਅਤਸ਼ੈ ਇਮ ਸਤਿਗੁਰ ਕੋ ਘਰ ਧਨਵੰਦ। ਉਧਰ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਦੀਵਾਨ ਚੰਦੂ ਹੈ ਉਹ ਵੀ ਅਤਸ਼ੈ ਬਹੁਤਾ ਕਰਕੇ ਧਨਵਾਨ ਹੈ। ਇੱਧਰ ਗੁਰੂ ਘਰ 'ਚ ਕੋਈ ਕਮੀ ਨਹੀਂ। ਗੁਰੂ ਘਰ ਦੇ ਵਿੱਚ ਸਾਰੇ ਪਦਾਰਥ ਹਨ। ਨਾਮ ਦੇ ਧਨ ਦਾ ਵੱਡਾ ਖਜ਼ਾਨਾ ਪ੍ਰੇਮੀ ਜਗਿਆਸੂ ਹਾਸਲ ਕਰਦੇ ਤੇ ਦੁਨੀਆ ਦੇ ਧਨ ਦੀ ਵੀ ਕੋਈ ਕਮੀ ਨਹੀਂ। ਗੁਰ ਕੋ ਘਰ ਧਨਵੰਦ, ਬਹੁਤ ਭਾਰੀ ਧਨ ਵਾਲਾ ਹੈ। ਸਤਿਗੁਰੂ ਦਾ ਘਰ ਮਹਾਨ ਹੈ। ਮੰਗਲ ਹੋਏ ਬ੍ਰਿੰਦ ਨਰ ਸੁਖ ਲਹੈ ਭਇਓ ਮੇਲ ਸਮ ਕੋ ਅਬਦੁੰਦ। ਤੇ ਮੰਗਲ ਹੋ ਰਹੇ ਨੇ, ਬੇਅੰਤ ਗੁਰੂ ਕੇ ਸਿੱਖ ਇਕੱਠੇ ਹੋ ਰਹੇ ਨੇ ਤੇ ਸਾਰੇ ਇਹੀ ਕਹਿੰਦੇ ਨੇ ਕਿ ਬਰਾਬਰ ਦਾ ਹੀ ਜਾਪਦਾ ਮੇਲ ਹੋ ਰਿਹਾ ਹੈ। ਪਰ ਜਿਹੜੇ ਉੱਚੀਆਂ ਸੁਰਤਾਂ ਵਾਲੇ ਨੇ ਉਹਨਾਂ ਨੂੰ ਪਤਾ ਕਿ ਚੰਦੂ ਕੀ ਬਰਾਬਰੀ ਕਰ ਸਕਦਾ ਗੁਰੂ ਦੇ ਘਰ ਦੀ। ਪਰ ਆਮ ਸਿੱਖ ਜਿਹੜੇ ਉਹ ਇਹੀ ਕਹਿ ਰਹੇ ਨੇ, ਭਾਵਨਾ ਦੇ ਵਹਿਣ ਵਿੱਚ ਵਹਿ ਹੋਏ, ਮੰਗਲ ਹੋਏ ਬ੍ਰਿੰਦ ਨਰ ਸੁਖ ਲਹੈ। ਮੰਗਲ ਹੋ ਰਿਹਾ, ਬੇਅੰਤ ਸਿੱਖ ਸੰਗਤਾਂ ਸੁਖ ਲੈ ਰਹੀਆਂ ਨੇ। ਭਇਓ ਮੇਲ ਸਮ ਕੋ ਅਬਦੁੰਦ। ਤੇ ਕਹਿੰਦੇ ਦੋਹਾਂ ਦਾ ਇੱਕੋ ਜਿਹਾ ਹੀ ਦੋਹਾਂ ਘਰਾਂ ਦਾ ਮੇਲ ਮਿਲਾਪ ਹੋਇਆ ਹੈ। ਇਸ ਤਰ੍ਹਾਂ ਬੜੀ ਭਾਰੀ ਖੁਸ਼ੀ ਜ਼ਾਹਿਰ ਕਰਦੇ ਹਨ। ਸਤਿਗੁਰ ਮੁਖ ਦਿਸ਼ ਨੈਣ ਲਗਾਏ ਦਰਸ਼ਨ ਕਰਤ ਹਰਖ ਉਰ ਠਾਨ। ਸਿੱਖ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਤਰਫ ਆਪਣੇ ਨੈਣ ਨੇਤਰ ਲਗਾਏ, ਨੇਤਰਾਂ ਦੀ ਨਿਗਾਹ ਲਾਈ ਹੈ। ਦਰਸ਼ਨ ਕਰਦਿਆਂ ਹੋਇਆਂ ਹਰਖ ਉਰ ਠਾਨ, ਹਿਰਦੇ ਦੇ ਅੰਦਰ ਮਨ ਦੇ ਅੰਦਰ ਬੜਾ ਹਰਖ ਕਰਦੇ, ਖੁਸ਼ੀ ਕਰਦੇ ਹਨ। ਕੋ ਬੈਠੇ ਕੋ ਖਰੇ ਤਹਾਂ ਮਿਲ ਨਰ ਪੇ ਅਨਗਨ ਥੋਰੇ ਥਾਨ। ਕੋਈ ਬੈਠਾ ਹੈ, ਕੋਈ ਖਲੋਤਾ ਹੈ। ਅਣਗਿਣਤ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੰਗਣੇ ਤੇ ਪਹੁੰਚੀਆਂ ਨੇ। ਭਾਈ ਸਾਹਿਬ ਕਹਿੰਦੇ ਥਾਂ ਥੋੜਾ ਪੈ ਗਿਆ ਹੈ। ਸੰਗਤਾਂ ਬੜੀ ਭਾਰੀ ਤਾਦਾਦ ਵਿੱਚ ਪਹੁੰਚੀਆਂ ਹਨ। ਇਤਨੇ ਮੈਂ ਦਿੱਲੀ ਤੇ ਸੰਗਤ ਪਠਿਓ ਦੂਤ ਆਇਓ ਬਹੁ ਚਾਲ। ਇੰਨੇ ਸਮੇਂ ਤੱਕ ਜਿਹੜਾ ਦਿੱਲੀ ਦੀ ਸੰਗਤ ਨੇ ਦੂਤ ਹਲਕਾਰਾ ਘੱਲਿਆ ਸੀ ਚਿੱਠੀ ਦੇ ਕਰਕੇ, ਉਹ ਵਾਹੋ ਦਾਹੀ ਛੇਤੀ ਨਾਲ ਚੱਲਦਾ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਆ ਪਹੁੰਚਾ। ਸ਼੍ਰੀ ਅਰਜਨ ਕੇ ਨਿਕਟ ਪਹੁੰਚਿਓ ਹਾਥ ਜੋਰ ਕਰ ਨਮਰੀ ਭਾਲ। ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਨੇੜੇ ਪਹੁੰਚ ਕੇ ਉਹਨੇ ਹੱਥ ਜੋੜ ਕਰਕੇ ਨਮਰੀ ਹੁੰਦਾ ਨਿਵਾਇਆ, ਭਾਲ ਕਹਿੰਦੇ ਮੱਥੇ ਨੂੰ, ਮੱਥਾ ਨਿਵਾਇਆ, ਸਿਰ ਝੁਕਾ ਕਰਕੇ ਨਿਮਰਤਾ ਦੇ ਨਾਲ ਪੰਚਮ ਗੁਰਦੇਵ ਨੂੰ ਮੱਥਾ ਟੇਕਿਆ, ਨਮਸਕਾਰ ਕੀਤੇ। ਮਹਾਰਾਜ ਅਰਦਾਸ ਏਕ ਹੈ ਮੈਂ ਲਿਆਇਓ ਅਬ ਲਿਓ ਸੰਭਾਲ। ਉਸ ਸਿੱਖ ਨੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਨੂੰ ਦਿੱਲੀ ਦੀ ਸੰਗਤ ਦੀ ਚਿੱਠੀ ਫੜਾਉਂਦਿਆਂ ਨਾਲ ਬੇਨਤੀ ਕੀਤੀ, ਮਹਾਰਾਜ ਆ ਮੈਂ ਇੱਕ ਅਰਦਾਸ ਬੇਨਤੀ ਲੈ ਕੇ ਆਇਆ ਹਾਂ ਆਪ ਜੀ ਵਾਸਤੇ, ਕਿਰਪਾ ਕਰਕੇ ਇਹਨੂੰ ਸੰਭਾਲ ਲਵੋ। ਹੋਏ ਇਕੰਤ ਬਿਰਤੰਤ ਲਖੀਜੈ ਪੁਨ ਕੀਜੇ ਜੇ ਕਾਜ ਵਿਸਾਲ। ਮੇਰੀ ਬੇਨਤੀ ਹੈ ਆਪ ਜੀ ਨੂੰ ਕਿ ਪਹਿਲਾਂ ਆਪ ਇਕੰਤ ਇਕੱਲੇ ਹੋ ਕੇ ਇਕਾਂਤ ਵਿੱਚ ਜੋ ਚਿੱਠੀ ਵਿੱਚ ਲਿਖਿਆ ਸਾਰਾ ਬਿਰਤਾਂਤ ਜਾਣ ਲਵੋ, ਤੇ ਫਿਰ ਜਿਵੇਂ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਜੋ ਕਾਜ ਵਿਸਾਲ ਵੱਡਾ ਕਾਰਜ ਤੁਸੀਂ ਕਰਨ ਜਾ ਰਹੇ ਹੋ, ਉਹ ਜਿਵੇਂ ਤੁਹਾਡੀ ਇੱਛਾ ਹੈ ਉਹ ਫਿਰ ਕਰ ਲੇਵੋ। ਤੂਰ ਨਹਿਰੋ ਦੇਰ ਨ ਠਾਨੋ ਸਗਨ ਬਾਤ ਕਰੀਏ ਪਹਿਚਾਤ। ਮਹਾਰਾਜ ਜੀ ਤੂਰ ਨਹਿਰੋ, ਛੇਤੀ ਨਾਲ ਆ ਚਿੱਠੀ ਵਿੱਚ ਜੋ ਲਿਖਿਆ ਨੂੰ ਵੇਖ ਲਓ। ਢੇਰ ਨਾ ਠਾਨੋ, ਢੇਰੀ ਨਾ ਕਰੋ, ਸਗਲ ਬਾਤ ਕਰੀਏ ਪਛਾਤ। ਜੋ ਤੁਸੀਂ ਆਪਣੇ ਸਾਹਿਬਜ਼ਾਦਾ ਜੀ ਦੀ ਮੰਗਣੀ ਦੀ ਗੱਲ ਬਾਤ ਕਰ ਰਹੇ ਹੋ, ਸਾਰੇ ਸ਼ਗਨ ਵਿਹਾਰ ਹੋਣ ਲੱਗੇ ਨੇ,
ਉਹ ਬਾਅਦ ਵਿੱਚ ਕਰ ਲੇਵੋ। ਪਹਿਲਾਂ ਇਹ ਚਿੱਠੀ ਨੂੰ ਚੰਗੀ ਤਰ੍ਹਾਂ ਵੇਖ ਕੇ ਪੜ੍ਹ ਵਾਚ ਲਵੋ। ਸੁਨਤ ਉਠੇ ਸਤਿਗੁਰ ਤਿਸ ਛਿਨ ਮੈਂ, ਬੈਠਿਓ ਸਿੱਖ ਏਕ ਸਭ ਗਿਆਤ। ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖ ਦੀ ਬੇਨਤੀ ਸੁਣ ਕੇ ਦਿੱਲੀ ਵਾਲੇ ਦੀ ਛੇਤੀ ਨਾਲ ਉੱਠੇ। ਉਸ ਛਿਨ ਉਸ ਸਮੇਂ ਸੰਗਤ ਵਿੱਚ ਇੱਕ ਸਿੱਖ ਬੈਠਾ ਸੀ ਜਿਹਨੂੰ ਤਰਕਾਲਦਰਸ਼ੀ ਸੀ। ਤਰਕਾਲਦਰਸ਼ੀ ਤਾਂ ਬੜੇ ਬੈਠੇ ਸਨ, ਪਰ ਕਈਆਂ ਦੇ ਹਿਰਦੇ 'ਚ ਸਬਰ ਹੁੰਦਾ, ਉਹ ਜਰ ਜਾਂਦੇ। ਕਈ ਰੌਲਾ ਪਾ ਦਿੰਦੇ ਨੇ ਕਿ ਮੈਨੂੰ ਆਹ ਦਿਸਿਆ ਹੈ, ਮੈਂ ਆਹ ਵੇਖਿਆ ਹੈ। ਸੋ ਇੱਕ ਸਿੱਖ ਬੈਠਾ ਸੀ, ਗੁਰੂ ਦੀ ਸੰਗਤ 'ਚ ਉਹਦੀ ਦਿਵ ਦ੍ਰਿਸ਼ਟੀ ਖੁੱਲੀ ਸੀ, ਉਹਨੂੰ ਦਿਸਦਾ ਸੀ ਅਗਲਾ ਪਿਛਲਾ ਸਾਰਾ। ਉਹ ਛੇਤੀ ਨਾਲ ਬੋਲ ਉੱਠਿਆ, ਭਾਵੇਂ ਕਿ ਭਾਈ ਸਾਲੋ ਬ੍ਰਹਮ ਗਿਆਨੀ ਬੈਠਾ, ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਹੋਰ ਗੁਰਮੁਖ ਬੈਠੇ, ਉਹ ਚੁੱਪ ਕੀਤੇ ਰਹੇ। ਸੋ ਉਹ ਜਿਹੜਾ ਇੱਕ ਸਿੱਖ ਬੈਠਾ ਸੀ ਸੰਗਤ ਵਿੱਚ, ਉਹ ਛੇਤੀ ਦੇ ਨਾਲ ਭਾਈ ਸਾਹਿਬ ਕਹਿੰਦੇ ਨਾ ਉਹਨਾਂ ਬੋਲ ਉੱਠਿਆ ਹੈ। ਉਹ ਸਭ ਗਿਆਤ, ਉਹਦੇ ਹਿਰਦੇ 'ਚ ਸਾਰੀ ਗਿਆਤ, ਉਹ ਸਭ ਕੁਝ ਜਾਣਦਾ ਸੀ, ਭਾਵ ਉਹਨੂੰ ਤਰਕਾਲ ਦੀ ਸੋਝੀ ਹੋ ਗਈ। ਭੂਤ ਭਵਿੱਖਿਅਤ ਵਰਤੇ ਜਾਣਤ, ਬੇਪਰਵਾਹ ਸਦਾ ਚਿਤ ਸ਼ਾਂਤ। ਉਹ ਸਿੱਖ ਭਾਈ ਸਾਹਿਬ ਕਹਿੰਦੇ ਭੂਤ ਕਾਲ ਭਵਿੱਖਤ ਕਾਲ ਵਰਤੇ ਜਾਣੇ, ਜੋ ਵਰਤ ਰਿਹਾ ਸੀ ਨਾ ਪਿਛਲੇ ਸਮੇਂ 'ਚ ਵਰਤ ਚੁੱਕਾ ਤੇ ਜੋ ਅੱਗੇ ਹੋਣਾ ਸੀ, ਉਹ ਸਭ ਕੁਝ ਜਾਣਦਾ ਹੈ। ਬੇਪਰਵਾਹ ਤੇ ਸਦਾ ਸ਼ਾਂਤ ਚਿਤ ਹੈ। ਮਗਨ ਰਹੇ ਗੁਰ ਸ਼ਬਦ ਵਿਖੇ ਨਿਤ, ਮਨ ਗੁਰ ਚਰਨ ਵਿਖੇ ਦਿਨ ਰਾਤ। ਇਹ ਸਿੱਖ ਜਿਹੜਾ ਹੈ ਬਾਣੀ ਪੜ੍ਹ ਕੇ ਸਿਮਰਨ ਕਰਕੇ ਗੁਰੂ ਦੇ ਸ਼ਬਦ ਨਾਲ ਲਿਵ ਲੱਗਣ ਕਰਕੇ ਦਿਵ ਦ੍ਰਿਸ਼ਟੀ ਖੁੱਲੀ ਹੈ। ਐਵੇਂ ਗੱਲਾਂ ਨਾਲ ਨਹੀਂ ਕਿ ਮੈਨੂੰ ਆਹ ਦਿਸਦਾ ਤੇ ਮੈਨੂੰ ਉਹ ਦਿਸਦਾ ਹੈ। ਸੋ ਸ਼ਬਦ ਵਿੱਚ ਮਗਨ ਰਹਿੰਦਾ, ਜੁੜਿਆ ਰਹਿੰਦਾ ਹੈ। ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸਿਆ, ਗੁਰੂ ਦੇ ਚਰਨਾਂ ਨਾਲ ਰਾਤ ਦਿਨ ਪ੍ਰੇਮ ਪਿਆਰ ਹੈ। ਉਠਤ ਦੇਖ ਕਰ ਬੋਲਿਓ ਗੁਰ ਸੋ, ਛਪੀ ਨਾ ਰਹੇ ਪ੍ਰਭੂ ਇਹ ਬਾਤ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ ਤੇ ਨੇ ਗੱਲ ਜ਼ਾਹਰ ਕਰ ਦਿੱਤੀ। ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਜਿਸ ਕਰਕੇ ਤੁਸੀਂ ਉੱਠੇ ਹੋ, ਚਿੱਠੀ ਵਿੱਚ ਕੀ ਲਿਖਿਆ ਹੈ। ਇਹ ਗੱਲ ਹੁਣ ਕਿਸੇ ਤੋਂ ਲੁਕੀ ਛੁਪੀ ਨਹੀਂ ਰਵੇਗੀ। ਇਹ ਜੋ ਗੱਲ ਚਿੱਠੀ ਵਿੱਚ ਸਿੱਖ ਸੰਗਤਾਂ ਲਿਖ ਕੇ ਘੱਲੀ ਦਿੱਲੀ ਵਾਲਿਆਂ ਨੇ, ਇਹ ਹੁਣ ਗੁੱਝੀ ਨਹੀਂ ਰਹਿਣੀ, ਇਹ ਗੁਪਤ ਨਹੀਂ ਰਹਿ ਸਕਦੀ। ਸ਼ਰਦਾਹੀਨ ਹੰਕਾਰ ਪਾਤ ਕੀ, ਤਿਸ ਕੀ ਸੁਤਾ ਨਾ ਲਿਹੋ ਹਿਤ ਤਾਤ। ਕੀ ਬੇਨਤੀ ਕਰਨ ਲੱਗਾ ਸਿੱਖ, ਮਹਾਰਾਜ ਮੈਨੂੰ ਪਤਾ ਲੱਗ ਗਿਆ ਹੈ ਜੋ ਚਿੱਠੀ ਵਿੱਚ ਲਿਖਿਆ ਸਿੱਖਾਂ ਨੇ ਕਿ ਸ਼ਰਧਾ ਤੋਂ ਹੀਨਾ ਹੰਕਾਰੀ ਤੇ ਪਾਤਕੀ ਪਾਪੀ ਜਿਹੜਾ ਦੁਸ਼ਟ ਚੰਦੂ ਹੈ, ਇਸ ਚੰਦੂ ਦੀ ਸੁਤਾ ਬੇਟੀ ਦਾ, ਇਹਦੀ ਪੁੱਤਰੀ ਦਾ ਰਿਸ਼ਤਾ ਤੁਸੀਂ ਆਪਣੇ ਤਾਤ ਪੁੱਤਰ ਵਾਸਤੇ ਨਾ ਲੈਣਾ ਕਰੋ। ਟੱਕਰ ਹਤੇ ਚਬਾਰੇ ਸੋ ਨਿਤ, ਮੋਰੀ ਮਹਿ ਮਰ ਹੈ ਪਛਾਤਾਤ। ਤੇ ਮਹਾਰਾਜ ਜੀ ਇਹੋ ਜਿਹਾ ਹੰਕਾਰੀ ਫਿਰ ਚਬਾਰੇ ਨਾਲ ਹੀ ਟੱਕਰਾਂ ਮਾਰ ਕਰਕੇ ਮਰੇਗਾ, ਅਖੀਰ ਪਛਤਾਪ ਕਰਕੇ ਮੋਰੀ ਦੇ ਵਿੱਚ ਹੀ ਮਰ ਕੇ ਡਿੱਗੇਗਾ। ਜਿਸੇ ਛਪਾਇਓ ਚਾਹਤ ਹੋ ਅਬ, ਸੋ ਬਿਦ ਤੇ ਸਭ ਮਹਿ ਭਲ ਭਾਂਤ। ਤੇ ਹੁਣ ਤੁਸੀਂ ਵੀ ਜਿਸ ਗੱਲ ਨੂੰ ਛਪਾਉਣਾ ਚਾਹੁੰਦੇ ਹੋ, ਸਿੱਖ ਕਹਿ ਰਿਹਾ ਕਿ ਮਹਾਰਾਜ ਤੁਸੀਂ ਗੁਪਤ ਰੂਪ ਵਿੱਚ ਆਪ ਪਾਸੇ ਹੋ ਕੇ ਚਿੱਠੀ ਪੜ੍ਹ ਲਓ, ਇਹ ਗੱਲ ਹੁਣ ਗੁਪਤ ਨਹੀਂ ਰਵੇਗੀ। ਸੋ ਬਿਦਤੇ ਹੁੰਦਾ ਪ੍ਰਗਟ ਹੋ ਜਾਣੀ, ਪ੍ਰਸਿੱਧ ਹੋ ਜਾਏਗੀ ਸਾਰਿਆਂ 'ਚ ਭਲੀ ਪ੍ਰਕਾਰ। ਕੂਕਰ ਕੂਕਤ ਕੀ ਸਮ ਪਾਪੀ, ਗਜ ਰਾਜਨ ਗੁਰ ਕਮੀ ਨਾ ਹੋਏ। ਮਹਾਰਾਜ ਜਿਹੜਾ ਦੁਸ਼ਟ ਚੰਦੂ ਹੈ ਨਾ, ਕੁੱਤੇ ਵਰਗਾ ਸੁਭਾਅ ਇਹਦਾ ਤੇ ਕੁੱਤੇ ਦੀ ਤਰ੍ਹਾਂ ਹੀ ਭੌਂਕਦਾ ਹੈ, ਪਰ ਗੁਰੂ ਕਾ ਘਰ ਗਜ ਰਾਜਨ। ਸਾਰੇ ਹਾਥੀਆਂ ਜਿਹੜਾ ਵੱਡਾ ਹਾਥੀ ਹੁੰਦਾ ਰਾਜਾ ਹਾਥੀ, ਨੂੰ ਗਜ ਰਾਜ ਬੋਲਦੇ। ਗੁਰੂ ਦਾ ਘਰ ਗਜ ਰਾਜ ਹੈ, ਗੁਰੂ ਦੇ ਘਰ ਵਿੱਚ। ਸੋ ਇਸ ਤਰ੍ਹਾਂ ਦੀ ਬੇਪਰਵਾਹ ਅਵਸਥਾ ਦੀ ਕੋਈ ਕਮੀ ਕੋਈ ਘਾਟ ਨਹੀਂ ਹੈ। ਸਾਕਤ ਸੰਗ ਨਾ ਬਨ ਹੈ ਤੁਮ ਸੋ, ਇਮ ਵਿਚਾਰ ਕਰ ਤਿਆਗੋ ਸੋਏ। ਹਾਥੀ ਨੂੰ ਵੇਖ ਕੇ ਕੁੱਤੇ ਭੌਂਕਦੇ ਕਿ ਆਹ ਬਲਾ ਕਿੱਥੋਂ ਆ ਗਈ ਐਡੀ ਸਾਰੀ ਧਰਤੀ ਤੇ, ਅਸੀਂ ਤਾਂ ਕਦੀ ਇਹੋ ਜਿਹਾ ਵੇਖਿਆ ਹੀ ਨਹੀਂ। ਐਡੀਆਂ ਐਡੀਆਂ ਮੋਟੀਆਂ ਲੱਤਾਂ। ਹੁਣ ਕੁੱਤਿਆਂ ਦਾ ਸੁਭਾਅ ਹੈ ਹੀ ਭੌਂਕਣਾ ਹੈ, ਤੇ ਪਰ ਕੀ ਹਾਥੀ ਨੂੰ ਕੋਈ ਅਸਰ ਹੁੰਦਾ? ਕੁੱਤੇ ਜਿੰਨੇ ਮਰਜ਼ੀ ਭੌਂਕੀ ਜਾਣ, ਆਪਣੀ ਬੇਪਰਵਾਹ ਚਾਲ ਤੁਰਿਆ ਜਾਂਦਾ ਹੈ। ਮਹਾਰਾਜ ਦੁਸ਼ਟ ਚੰਦੂ ਕੁੱਤੇ ਦੀ ਤਰ੍ਹਾਂ ਜਿੰਨੀ ਮਰਜ਼ੀ ਭਕਾਈ ਮਾਰੇ,
ਗੁਰੂ ਦਾ ਘਰ ਬੇਪਰਵਾਹ ਹੈ, ਉਹ ਹਾਥੀ ਵਾਲੀ ਮਸਤ ਚਾਲ ਵਿੱਚ ਤੁਰਿਆ ਜਾਂਦਾ ਹੈ। ਇਹ ਸਾਕਤ ਮਨੁੱਖ ਹੈ ਜਿਹੜਾ ਚੰਦੂ ਹੈ। ਸਾਕਤ ਸੰਗ ਨਾ ਬਣ ਹੈ ਤੁਮ ਸੋ, ਉਸ ਸਾਕਤ ਦਾ ਸੰਗ ਤੁਹਾਡੇ ਨਾਲ ਨਹੀਂ ਜੇ ਬਣਨਾ। ਇਮ ਵਿਚਾਰ ਕਰ ਤਿਆਗੋ ਸੋ, ਇਸ ਤਰ੍ਹਾਂ ਮਨ 'ਚ ਵਿਚਾਰ ਕਰਕੇ ਮਹਾਰਾਜ ਉਹਦਾ ਹੁਣੇ ਤਿਆਗ ਕਰ ਦੋ, ਉਹਦਾ ਰਿਸ਼ਤਾ ਹੁਣੇ ਹੀ ਮੋੜ ਦੇਣਾ ਕਰੋ। ਸੁਨਤ ਲੋਕ ਰਿਸ ਕਰ ਤਿਸ ਹਟਕਤ, ਤੂਸ਼ਣ ਰਹੋ ਕਹੋ ਨਾ ਬਚ ਕੋਏ। ਸੋ ਸੁਨਤ ਲੋਕ ਰਿਸ ਕਰ ਤਿਸ ਹਟ ਕਰ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਸੀ ਜੋ ਇਸ ਸਿੱਖ ਨੂੰ ਦਿਸ ਰਿਹਾ ਬਿਲਕੁਲ ਸੱਚ ਹੈ, ਕਿਉਂਕਿ ਤਰਕਾਲਦਰਸ਼ੀ ਗੁਰੂ ਕੇ ਸਿੱਖ ਦੀ ਦਿਵ ਦ੍ਰਿਸ਼ਟੀ ਖੁੱਲੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਇਹ ਦਾਤ ਮਿਲੀ ਹੈ। ਜਿਹੜੇ ਆਸੇ-ਪਾਸੇ ਲੋਕ ਸਨ ਜਿਨ੍ਹਾਂ ਨੂੰ ਕੰਧ ਪਿੱਛੇ ਪਤਾ ਨਹੀਂ ਹੁੰਦਾ ਕਿ ਕੀ ਹੈ, ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਇਹੋ ਜਿਹੇ ਸ਼ੁਭ ਸ਼ਗਨਾਂ ਦੇ ਸਮੇਂ ਆ ਕਿ ਤੂੰ ਬੋਲਣ ਲੱਗ ਪਿਆ ਹੈ, ਚੁੱਪ ਕਰ ਜਾ, ਇਹੋ ਜਿਹੀਆਂ ਗੱਲਾਂ ਨਾ ਬੋਲ। ਤੂਸ਼ਨ ਰਹੋ ਕਹੋ ਨਾ ਬਚ ਕੋਏ, ਚੁੱਪ ਕਰ ਜਾ, ਕੋਈ ਇਹੋ ਜਿਹਾ ਤਵਾ ਬਚਨ ਨਾ ਬੋਲਣਾ ਕਰ। ਆਤ ਸ਼ਾਦੀ ਮੈਂ ਬਿਖ ਸਮ ਕਹਿਬੋ, ਉਚਿਤ ਨਾ ਤੋਹੇ ਲਿਹੋ ਅਬ ਲੋਏ। ਤੇ ਜਿਸ ਅਸਥਾਨ ਤੇ ਅਤ ਸ਼ਾਦੀ ਬੜੀ ਖੁਸ਼ੀ ਦਾ ਸਮਾਂ ਹੈ, ਅਤੀ ਸ਼ਾਦੀ ਫਾਰਸੀ ਚ ਸ਼ਾਦੀ ਖੁਸ਼ੀ ਨੂੰ ਕਹਿੰਦੇ ਨੇ, ਜਿੱਥੇ ਬੜੀ ਸ਼ਾਦੀ ਖੁਸ਼ੀ ਹੈ ਉਸ ਖੁਸ਼ੀ ਦੇ ਸਮੇਂ ਚ ਬਿਖ ਸਮ ਕਹਿਬੋ, ਤੇਰਾ ਬੋਲਣਾ ਜ਼ਹਿਰ ਵਰਗਾ ਹੈ, ਜ਼ਹਿਰ ਤਰ੍ਹਾਂ ਤੇਰੇ ਬੋਲ ਸਾਨੂੰ ਦੱਸਦੇ ਨੇ। ਉਚਿਤ ਨਾ, ਤੈਨੂੰ ਇਹੋ ਜਿਹਾ ਅਜੋਗ ਬੋਲਣਾ ਯੋਗ ਨਹੀਂ ਹੈ। ਲਿਹੋ ਅਵਲੋਏ, ਤੂੰ ਵੇਖ ਲੈਣਾ ਕਰਕੇ ਇਹੋ ਜਿਹੇ ਖੁਸ਼ੀਆਂ ਦੇ ਸਮੇਂ ਇਸ ਤਰ੍ਹਾਂ ਦੇ ਜਿਹੜੇ ਕਬੂਲ ਨੇ ਆਪ ਸ਼ਬਦ ਨੇ ਉਹ ਨਹੀਂ ਬੋਲਣਾ ਚਾਹੀਦੇ। ਅੰਤਰ ਜਾਮੀ ਸ਼੍ਰੀ ਅਰਜਨ ਤਬ, ਉੱਚੋ ਕਰਿਓ ਹਾਥ ਅਰਬਿੰਦ। ਦਿਲਾਂ ਦੀਆਂ ਜਾਣਨ ਵਾਲੇ, ਦਿਲਾਂ ਦੇ ਮਹਿਰਮ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਾਣਦੇ ਸਨ ਸਭ ਕੁਝ। ਸਾਹਿਬਾਂ ਨੇ ਉਸ ਸਿੱਖ ਵੱਲ ਉੱਚਾ ਹੱਥ ਕੀਤਾ ਕਿ ਸਿੱਖਾ ਤੂੰ ਗੁਪਤ ਰਹਿ, ਚੁੱਪ ਕਰ ਜਾ। ਜਿਹੜੇ ਸਿੱਖ ਰੌਲਾ ਪਾ ਉੱਠੇ ਸੀ ਜਿੱਦਾਂ ਕਿ ਇਹ ਐਵੇਂ ਰੌਲਾ ਪਾਉਣ ਲੱਗ ਪਏ, ਨੂੰ ਪਤਾ ਕੱਖ ਨਹੀਂ, ਉਹਨਾਂ ਨੂੰ ਵੀ ਹੱਥ ਕਰਕੇ ਸਾਹਿਬਾਂ ਨੇ ਚੁੱਪ ਕਰਾਇਆ ਕਿ ਭਾਈ ਸ਼ਾਂਤ ਹੋ ਜਾਓ, ਰੌਲਾ ਨਾ ਪਾਓ, ਸ਼ਾਂਤੀ ਬਣਾ ਕਰਕੇ ਰੱਖੋ। ਧੀਰਜ ਧਰੋ ਕਰੇ ਹਮੇ ਐਸੇ, ਬੈਠੇ ਗਾਵੋ ਗੁਣ ਗੋਬਿੰਦ। ਤੇ ਜਿਹੜਾ ਸਿੱਖ ਕਹਿ ਰਿਹਾ ਸੀ ਨਾ ਮਹਾਰਾਜ ਇਹੋ ਜਿਹੇ ਸਾਖਤ ਪਾਪੀ ਦੁਸ਼ਟ ਬੇਗੈਰਤ ਤੇ ਬੇਧਰਮੀ ਬੰਦੇ ਦੀ ਬੱਚੀ ਲੜਕੀ ਦਾ ਰਿਸ਼ਤਾ ਨਾ ਲਵੋ, ਤੇ ਮਹਾਰਾਜ ਆ ਦਿੱਲੀ ਦੇ ਸਿੱਖ ਨੇ ਆ ਕੁਛ ਲਿਖ ਕੇ ਘੱਲਿਆ ਤੁਹਾਨੂੰ ਚਿੱਠੀ ਵਿੱਚ। ਤਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਸਿੱਖ ਨੂੰ ਮੁਖਾਤਬ ਹੁੰਦਿਆਂ ਬਚਨ ਕੀਤੇ, ਸਿੱਖਾ ਧੀਰਜ ਧਰੋ, ਤੇਜ ਧਾਰ, ਹੌਸਲਾ ਰੱਖ, ਕਰੇ ਹਮ ਐਸੇ, ਅਸੀਂ ਇਸੇ ਤਰ੍ਹਾਂ ਕਰਾਂਗੇ, ਤੁਹਾਡੀ ਅਸੀਂ ਨਹੀਂ ਮੋੜਦੇ। ਬੈਠੇ ਗਾਵੋ ਗੁਣ ਗੋਬਿੰਦ, ਜਿਵੇਂ ਗੁਰੂ ਕੀਆਂ ਸੰਗਤਾਂ ਸਿੱਖ ਕਹਿਣਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੀ ਮੰਨਾਂਗੇ। ਤੁਸੀਂ ਚੁੱਪ ਕਰਕੇ ਬੈਠ ਕੇ ਗੋਬਿੰਦ ਦੇ ਗੁਣ ਗਾਵੋ, ਮਾਲਕ ਦੀ ਸਿਫਤ ਕਰੋ। ਹੋਏ ਇਕੰਤ ਬਿਰਤੰਤ ਪੜੋ ਸਭ, ਲਖੀ ਖੁਟਾਈ ਕੀਨ ਜੋ ਮੰਦ। ਸਤਿਗੁਰੂ ਅਰਜਨ ਦੇ ਪਾਤਸ਼ਾਹ ਸੰਗਤ ਵਿੱਚੋਂ ਪਾਸੇ ਚਲੇ ਗਏ। ਹੋਏ ਇਕੰਤ, ਇਕਾਂਤ ਝੋਕੇ ਬਿਰਤੰਤ ਪੜਿਓ ਸਭ। ਜੋ ਚਿੱਠੀ ਵਿੱਚ ਲਿਖਿਆ ਸੀ ਉਹ ਸਾਰਾ ਬਿਰਤਾਂਤ ਸਾਹਿਬਾਂ ਨੇ ਪੜ੍ਹ ਲਿਆ। ਲਖੀ ਖੁਟਾਈ ਕੀਨ ਜੋ ਮੰਦ, ਜੋ ਮੰਦੀ ਮਤ ਵਾਲੇ ਦੁਸ਼ਟ ਚੰਦੂ ਨੇ ਖੁਟਾਈ ਖੋਟਾਪਣ ਕੀਤਾ ਸੀ। ਗੁਰੂ ਘਰ ਨੂੰ ਕਬੂਲ ਬੋਲੇ ਸਨ, ਨੀਵਾਂ ਵਿਖਾਇਆ ਤੇ ਨਿੰਦਾ ਕੀਤੀ ਸੀ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਚਿੱਠੀ ਦੁਆਰਾ, ਸਾਹਿਬ ਤਾਂ ਪਹਿਲਾਂ ਹੀ ਜਾਣਦੇ ਸਨ ਪਰ ਸਿੱਖ ਸੰਗਤਾਂ ਦੀ ਭਾਵਨਾ ਦੀ ਕਦਰ ਕਰਨੀ ਸੀ। ਸਾਹਿਬਾਂ ਚਿੱਠੀ ਪੜ੍ਹ ਕਰਕੇ ਸਾਰਾ ਕੁਝ ਜਾਣ ਲਿਆ। ਸਭ ਸੰਗਤ ਕੋ ਇਹੀ ਮਨੋਰਥ, ਨਹਿ ਨਾਤਾ ਲੀਜੇ ਜਗ ਬੰਦ। ਚਿੱਠੀ ਵਿੱਚ ਕੀ ਲਿਖਿਆ ਹੈ? ਹੇ ਜਗ ਬੰਦ, ਜਗਤ ਦੀ ਬੰਦਨਾ ਕਰਨ ਦੇ ਯੋਗ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਸਭ ਸੰਗਤ ਕੋ ਇਹੀ ਮਨੋਰਥ। ਜਿੰਨੀ ਦਿੱਲੀ ਦੀ ਸਾਰੀ ਸੰਗਤ ਹੈ ਉਹਨਾਂ ਸਾਰਿਆਂ ਦਾ ਇਹੋ ਸੰਕਲਪ, ਇਹੋ ਫੁਰਨਾ ਵਿਚਾਰ ਖਿਆਲ ਹੈ। ਕੀ ਮਨੋਰਥ ਹੈ? ਨਹਿ ਨਾਤਾ ਲੀਜੇ ਜਗ ਬੰਦ। ਮਹਾਰਾਜ ਦੁਸ਼ਟ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਆਪਣੇ ਪੁੱਤਰ ਨੂੰ ਤੁਸੀਂ ਨਾ ਲੈਣਾ ਕਰੋ। ਸਾਡੀ ਬੇਨਤੀ ਹੈ
ਕਿ ਇਹੋ ਜਿਹੇ ਹੰਕਾਰੀ ਮਨੁੱਖ ਦੀ ਲੜਕੀ ਜੇਕਰ ਗੁਰੂ ਘਰ ਵਿੱਚ ਆਈ ਗਈ ਤੇ ਸਿੱਖਾਂ ਨੂੰ ਮਾਂ ਵਾਲਾ ਪਿਆਰ ਨਹੀਂ ਮਿਲਣਾ। ਸੋ ਇਸ ਵਾਸਤੇ ਮਹਾਰਾਜ ਸਾਡੀ ਬੇਨਤੀ ਹੈ ਕਿ ਦੁਸ਼ਟ ਚੰਦੂ ਦਾ ਨਾਤਾ ਜਿਹੜਾ ਰਿਸ਼ਤਾ ਘੱਲਿਆ ਹੈ ਇਸ ਨੂੰ ਨਾ ਪ੍ਰਵਾਨ ਕਰ ਦਿਓ। ਪਾਠ ਅਰਦਾਸ ਸਭਾ ਮਹਿ ਆਏ, ਫੇਰ ਉੱਠੇ ਮਾਨਵ ਸਮੁਦਾਏ। ਗੁਰੂ ਅਰਜਨ ਦੇ ਪਾਤਸ਼ਾਹ ਚਿੱਠੀ ਪੜ੍ਹ ਕਰਕੇ ਸਭਾ ਵਿੱਚ ਦੁਬਾਰਾ ਵਾਪਸ ਆਏ। ਜਿੰਨੇ ਸਿੱਖ ਬੈਠੇ ਸਭਾ ਵਿੱਚ ਸਾਹਿਬਾਂ ਨੂੰ ਵਾਪਸ ਆਇਆ ਜਾਣ ਕੇ ਸਾਰੇ ਸਤਿਕਾਰ ਵਜੋਂ ਉੱਠ ਕਰਕੇ ਖਲੋ ਗਏ। ਨਿਜ ਗਾਦੀ ਪਰ ਬੈਠ ਬਿਰਾਜੇ, ਜਗਤ ਗੁਰੂ ਸਿੱਖਿਆਨ ਸਮੁਦਾਏ। ਆਪਣੀ ਮਹਾਨ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਕੇ ਬਿਰਾਜਮਾਨ ਹੋਏ ਜਗਤ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਸਾਰੇ ਸਿੱਖਾਂ ਦੇ ਸੁਖਦਾਏ ਸੁਖ ਦੇਣ ਵਾਲੇ ਦਾਤਾ ਸਤਿਗੁਰੂ ਮਹਾਰਾਜ। ਮਹਾਦੇਵ ਆਦਿਕ ਸੋ ਬੂਝਿਓ, ਖੱਤਰੀ ਦੁਸ਼ਟ ਹੰਕਾਰ ਵਧਾਏ। ਆਪਣੇ ਵੱਡੇ ਭਰਾਤਾ ਬਾਬਾ ਮਹਾਦੇਵ ਤੇ ਆਦਿਕ ਹੋਰ ਗੁਰਸਿੱਖਾਂ ਦੇ ਤਾਈਂ ਬਚਨ ਕਰਦਿਆਂ ਸਾਹਿਬਾਂ ਨੇ ਬੂਝਿਓ ਪੁੱਛਿਆ ਕਿ ਜਿਹੜਾ ਦੁਸ਼ਟ ਖੱਤਰੀ ਹੈ ਚੰਦੂ, ਇਸ ਚੰਦੂ ਦੁਸ਼ਟ ਨੇ ਹੰਕਾਰ ਵਧਾਏ, ਬੜਾ ਹੰਕਾਰ ਮਨ ਚ ਵਧਾਇਆ ਹੈ। ਸੋ ਇਹ ਖੋਟੇ ਸੁਭਾਅ ਵਾਲਾ ਹੈ ਤੇ ਮਨ ਵਿੱਚ ਬੜਾ ਹੰਕਾਰ ਇਸ ਨੇ ਵਧਾਇਆ ਤੇ ਹੰਕਾਰ ਦੇ ਬੋਲ ਬੋਲੇ ਹਨ। ਬੋਲ ਬਿਕਾਰ ਵਿਸਾਲ ਭਇਓ ਬਹੋ, ਨਹਿ ਨਾਤੋ ਲੈਨੋ ਬਨ ਆਏ। ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਸ ਦੁਸ਼ਟ ਚੰਦੂ ਨੇ ਬੋਲ ਵਿਗਾੜ ਵਿਸਾਲ ਭਇਓ, ਬੜਾ ਬੋਲ ਵਿਗਾੜ ਹੋਇਆ ਹੈ। ਗੁਰੂ ਘਰ ਨੂੰ ਉਸਨੇ ਕਬੂਲ ਬੋਲੇ ਨੇ ਨਿੰਦਾ ਕੀਤੀ ਹੈ, ਮੁਖਾਲਫਤ ਕੀਤੀ ਹੈ। ਇਸ ਵਾਸਤੇ ਨੈ ਨਾਤੋ ਲੈਨੋ ਬਣਿਆ। ਇਹੋ ਜਿਹੇ ਹੰਕਾਰੀ ਤੇ ਦੁਸ਼ਟ ਖੱਤਰੀ ਚੰਦੂ ਦਾ ਉਹਦੀ ਬੱਚੀ ਲੜਕੀ ਦਾ ਰਿਸ਼ਤਾ ਲੈਣਾ ਨਹੀਂ ਬਣਾਉਂਦਾ, ਨਹੀਂ ਰਿਸ਼ਤਾ ਲੈਣਾ ਚਾਹੀਦਾ। ਮਹਾਦੇਵ ਬ੍ਰਿਧ ਸਾਲੋ ਆਦਿਕ, ਸਭਨ ਸਲਾਹ ਦਈ ਤਿਸ ਭਾਏ। ਉਸ ਸਮੇਂ ਸੰਗਤ ਵਿੱਚ ਬੈਠੇ ਹੋਏ ਗੁਰੂ ਸਾਹਿਬ ਦੇ ਵੱਡੇ ਭਰਾਤਾ ਬਾਬਾ ਮਹਾਦੇਵ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਭਾਈ ਸਾਲੋ ਜੀ ਵਰਗੇ ਮਹਾਂਪੁਰਖ ਤਤ ਬੇਤੇ ਗੁਰਮੁਖ ਆਦਿਕ ਹੋਰ ਜਿੰਨੇ ਸਿੱਖ ਸਨ, ਉਹਨਾਂ ਸਾਰਿਆਂ ਨੇ ਇਹੋ ਸਲਾਹ ਦਿੱਤੀ, ਮਹਾਰਾਜ ਜਿਵੇਂ ਤੁਸੀਂ ਕਹਿ ਰਹੇ ਜੇ ਨਾ ਇਹ ਬਿਲਕੁਲ ਸੱਤ ਹੈ। ਹੰਕਾਰੀ ਬੰਦੇ ਦਾ, ਦੁਸ਼ਟ ਬੰਦੇ ਦਾ ਗੁਰੂ ਘਰ ਨਾਲ ਤਾਲ ਮੇਲ ਨਹੀਂ ਬੈਠੇਗਾ, ਨਹੀਂ ਜੋੜ ਜੁੜੇਗਾ। ਤੇ ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਹ ਠੀਕ ਹੈ। ਰਾਵਰ ਜਾਣਤ ਮੂੜ ਗਿਆਨੀ, ਤੇ ਸੰਬੰਧ ਨੀਕੋ ਨਾ ਸੁਹਾਏ। ਤੇ ਮਹਾਰਾਜ ਰਾਵਰ ਜਾਣਤ ਆਪ ਜੀ ਜਾਣਦੇ ਹੀ ਹੋ ਕਿ ਜਿਹੜਾ ਮੂਰਖ ਗੁਮਾਨੀ ਹੰਕਾਰੀ ਚੰਦੂ ਹੈ ਤੇ ਇਹ ਸਬੰਧ ਨੀਕੋ ਨਾ ਸੁਹਾਏ। ਇਹਦਾ ਸਬੰਧ ਜਿਹੜਾ ਇਹਦੇ ਨਾਲ ਰਿਸ਼ਤੇਦਾਰੀ ਪਾਉਣੀ, ਇਹ ਸਬੰਧ ਚੰਗਾ ਨਹੀਂ ਰਹੇਗਾ, ਇਹ ਸੁਹਾਵਣਾ ਨਹੀਂ ਹੋਵੇਗਾ। ਜਿਹੜਾ ਦੁਸ਼ਟ ਸੁਭਾਅ ਵਾਲਾ ਮਨੁੱਖ ਹੈ ਇਹ ਸਦਾ ਦੁਸ਼ਟਤਾਈ ਕਰਦਾ ਹੈ, ਇਹਦੇ ਕੋਲੋਂ ਕਦੀ ਭਲਾ ਨਹੀਂ ਹੋ ਸਕਦਾ। ਦੇਹੋ ਆਸ ਦਿਜ ਕਰੇ ਸਗਨ ਕੋ, ਸਭ ਕੀ ਲਾਲਸ ਪੂਰੀ ਹੋਏ। ਜਦੋਂ ਸਿੱਖਾਂ ਨੇ ਲਾਗੋਂ ਕਹਿ ਦਿੱਤਾ ਕਿ ਮਹਾਰਾਜ ਆਪ ਜੀ ਜਾਣਦੇ ਹੀ ਹੋ ਕਿ ਪਾਪੀ ਮੂਰਖ ਹੈ, ਤੇ ਲਾਗੇ ਪੰਡਤ ਜਿਹੜਾ ਬੈਠਾ ਸੀ ਉਹ ਕਾਹਲਾ ਪੈ ਗਿਆ। ਉਹ ਕਹਿਣ ਲੱਗਾ ਨਹੀਂ ਛੇਤੀ ਕਰੋ, ਆਗਿਆ ਦਵੋ ਤੇ ਸਾਰੇ ਸ਼ਗਨ ਹੋਣ, ਸ਼ਗਨਾਂ ਦਾ ਸਮਾਂ ਤੇ ਸਾਰਿਆਂ ਦੀ ਲਾਲਸਾ ਇੱਛਾ ਇਹੀ ਹੈ ਕਿ ਤੁਹਾਡੇ ਸਾਹਿਬਜ਼ਾਦਾ ਦਾ ਮੰਗਣਾ ਹੋਵੇ। ਤੇ ਗੁਰੂ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਆਗਿਆ ਦਵੋ ਤੇ ਸਾਰਿਆਂ ਦੀ ਇੱਛਾ ਪੂਰੀ ਹੋ ਜਾਵੇ। ਭਏ ਬੇਰੁਖ ਸ਼੍ਰੀ ਅਰਜਨ ਬੋਲੇ, ਤਿਸ ਕੀ ਸਮਤਾ ਹਮੇ ਨਾ ਜੋਏ। ਸਤਿਗੁਰੂ ਅਰਜਨ ਦੇ ਪਾਤਸ਼ਾਹ ਬੇਰੁਖ ਹੋ ਕਰਕੇ, ਰੁਖ ਫੇਰ ਕੇ, ਬੇਪਰਵਾਹ ਹੋ ਕੇ ਕਹਿਣ ਲੱਗੇ ਉਸ ਪੰਡਤ ਦੇ ਤਾਈਂ ਕਿ ਜਿਹੜਾ ਦੁਸ਼ਟ ਚੰਦੂ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਤਿਸ ਕੀ ਸਮਤਾ ਹਮੇ ਨਾ ਜੋਏ, ਸਾਨੂੰ ਉਹਦੀ ਬਰਾਬਰੀ ਕਰਨੀ ਬਿਲਕੁਲ ਚੰਗੀ ਨਹੀਂ ਲੱਗਦੀ। ਸਾਨੂੰ ਬਰਾਬਰ ਦੀ ਜਾਣ ਕਰਕੇ ਉਸਨੇ ਰਿਸ਼ਤਾ ਕਰਨਾ ਚਾਹਿਆ ਹੈ, ਪਰ ਨਾਲ ਉਹਨੇ ਨਿੰਦਾ ਵੀ ਕੀਤੀ ਹੈ। ਇਸ ਵਾਸਤੇ ਸਾਨੂੰ ਵੀ ਐਸਾ ਕਰਨਾ
ਠੀਕ ਨਹੀਂ ਜਾਪਦਾ ਗਲਤ ਹੈ। ਲੈਬੋ ਉਚਿਤ ਨਹੀਂ ਇਹ ਨਾਤਾ, ਜਾਤ ਦਰਬ ਹੰਕਾਰੀ ਸੋਏ। ਇਹ ਨਾਤਾ ਇਹ ਰਿਸ਼ਤਾ ਲੈਣਾ ਲੈਬੋ ਉਚਿਤ ਨਹੀਂ, ਲੈਣਾ ਯੋਗ ਨਹੀਂ ਹੈ। ਕਿਉਂ ਯੋਗ ਨਹੀਂ ਹੈ? ਜਾਤ ਦਰਬ ਹੰਕਾਰੀ, ਆ ਕਾਰਨ ਹੈ। ਦੁਸ਼ਟ ਚੰਦੂ ਨੂੰ ਆਪਣੀ ਖੱਤਰੀ ਜਾਤ ਉੱਚੀ ਜਾਤ ਦਾ ਹੰਕਾਰ ਹੈ, ਪੈਸੇ ਦਾ ਹੰਕਾਰ ਤੇ ਰੁਤਬੇ ਦਾ ਹੰਕਾਰ ਹੈ। ਇਸ ਵਾਸਤੇ ਅਸੀਂ ਇਹੋ ਜਿਹੇ ਹੰਕਾਰੀ ਬੰਦੇ ਦੀ ਪੁੱਤਰੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦਾ ਵਾਸਤੇ ਨਹੀਂ ਲੈਣਾ। ਉੱਚੋ ਬਨਿਓ ਚੁਬਾਰਾ ਮਦ ਤੇ, ਚਾਹੋਂ ਦਿਸ਼ ਤੇ ਦੁੱਖ ਦੇ ਸਭ ਕੋਏ। ਤੇ ਜਿਹੜਾ ਹੰਕਾਰ ਕਰਕੇ ਬੜਾ ਉੱਚਾ ਚੁਬਾਰਾ ਬਣਿਆ ਹੈ, ਉੱਚੋ ਬਣਿਓ ਚੁਬਾਰਾ ਮਦ ਤੇ ਮਦ ਹੁੰਦਾ ਹੰਕਾਰ, ਹੰਕਾਰ ਦਾ ਨਸ਼ਾ ਪੀਤਾ ਹੈ, ਹੰਕਾਰ ਦਾ ਨਸ਼ਾ ਚੜਿਆ ਹੈ, ਜਿਸ ਕਰਕੇ ਆਪ ਉੱਚਾ ਬਣਿਆ ਹੈ। ਚੌਹਾਂ ਦਿਸ਼ ਤੇ ਦੁੱਖ ਦੇ ਸਭ ਕੋਏ, ਚੌਹਾਂ ਪਾਸਿਆਂ ਦੇ ਲੋਕਾਂ ਨੂੰ ਦੁੱਖ ਦਿੰਦਾ ਹੈ, ਜ਼ਬਰਦਸਤੀ ਕਰਦਾ, ਉਹਨਾਂ ਕੋਲ ਟੈਕਸ ਵਸੂਲਦਾ ਹੈ, ਧੱਕਾ ਕਰਦਾ ਹੈ, ਬੜਾ ਬੇਈਮਾਨ ਮਨੁੱਖ ਹੈ, ਲਾਲਚ ਤੇ ਖੁਦਗਰਜ਼ੀ ਨਾਲ ਭਰਿਆ ਹੋਇਆ ਲਾਲਚੀ ਮਨੁੱਖ ਹੈ। ਇਹੋ ਜਿਹੇ ਬੰਦੇ ਨਾਲ ਗੁਰੂ ਘਰ ਦਾ ਕੋਈ ਸੰਬੰਧ ਬਣ ਹੀ ਨਹੀਂ ਸਕਦਾ। ਇਸ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਕਰ ਦਿੱਤੀ, ਸਿੱਖ ਸੰਗਤਾਂ ਦੀ ਖੁਸ਼ੀ ਜਿਹੜੀ ਸੀ ਉਹ ਫਿਰ ਜਿਵੇਂ ਗਮ ਵਿੱਚ ਬਦਲੀ, ਚਿੰਤਾ ਤੇ ਫਿਕਰ ਵਿੱਚ ਬਦਲੀ। ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਨੇ, ਸੋ ਜਿਵੇਂ ਫਿਰ ਇੱਕ ਸਗਾਈ ਮੋੜੀ ਗਈ ਤੇ ਦੋ ਸਗਾਈਆਂ ਇਕੱਠੀਆਂ ਹੀ ਆ ਗਈਆਂ, ਦੋ ਮੰਗਣੇ ਹੋ ਗਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੋ ਪਰਿਵਾਰ ਗੁਰਸਿੱਖਾਂ ਦੀਆਂ ਬੱਚੀਆਂ ਦੇ ਨਾਲ। ਭਾਈ ਸਾਹਿਬ ਜੀ ਇਹ ਸਾਰਾ ਇਤਿਹਾਸ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਗੁਰ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਲੈਬੋ ਉਚਿਤ ਨਹੀਂ ਇਹ ਨਾਤਾ, ਜਾਤ ਦਰਬ ਹੰਕਾਰੀ ਸੋਏ। ਉੱਚੋ ਬਨਿਓ ਚੁਬਾਰਾ ਮਦ ਤੇ, ਚਾਹੋਂ ਦਿਸ਼ ਤੇ ਦੁੱਖ ਦੇ ਸਭ ਕੋਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਬਵੇਕ ਹੈ ਅਪਰੰਪਰ ਹਾਰ ਹਰੇ ਸੰਤ ਕੈ ਸਦਾ ਸੰਗ ਤਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਦਾ ਕਾਰ ਸੇਵਾ ਦੇ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵਾ